ਪਲੱਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ। ਮੈਂ ਰਾਜ ਕਮਲ ਲੈ ਕੇ ਹਾਜ਼ਰ ਹਾਂ ਦਾ ਐਸਟ੍ਰੋਲੋਜੀ ਸ਼ੋ। ਅੱਜ ਸਾਡੇ ਨਾਲ ਨੇ ਵਰਲਡ ਫੇਮਸ ਤੇ ਸੈਲੀਬ੍ਰਿਟੀ ਐਸਟ੍ਰੋਲੋਜਰ ਸਤਿੰਦਰ ਜੀ। ਸੋ ਸਤਿੰਦਰ ਜੀ, ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਥੈਂਕ ਯੂ। ਸੋ ਸਤਿੰਦਰ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਐਸਟ੍ਰੋਲੋਜੀ ਜਾਂ ਜੋਤਿਸ਼ ਕੀ ਹੈ? ਦੇਖੋ, ਜੋਤਿਸ਼ ਨੂੰ ਜੇ ਪਹਿਲਾਂ ਸਮਝਣਾ ਹੋਵੇ, ਪਹਿਲਾਂ ਇਹਦਾ ਜਿਹੜਾ ਅਕਸ਼ਰ ਵਰਡ ਜਿਹੜਾ ਹੈਗਾ ਜੋਤਿਸ਼, ਪਹਿਲਾਂ ਤਾਂ ਉਹਨੂੰ ਸਮਝਣ ਦੀ ਬੜੀ ਲੋੜ ਹੈਗੀ ਆ। ਜੋਤਿਸ਼ ਮਤਲਬ ਦੋ ਅਕਸ਼ਰ ਨੇ, ਜੋਤੀ ਪਲੱਸ ਇਸ਼। ਜੋਤੀ ਮਤਲਬ ਲਾਈਟ, ਇਸ਼ ਮਤਲਬ ਈਸ਼ਵਰ, ਲਾਈਟ ਆਫ ਗॉड ਜਾਂ ਲਾਈਟ ਆਫ ਸਾਇੰਸ। ਇਹ ਵੇਦਾਂ ਦੇ ਵਿੱਚੋਂ ਨਿਕਲੀ ਹੋਈ ਨੌਲੇਜ ਹੈਗੀ ਆ, ਸਭ ਤੋਂ ਪੁਰਾਣੀ ਵਿਦਿਆ ਮੰਨੀ ਜਾਂਦੀ ਹੈਗੀ ਆ। ਤੇ ਵੇਦ ਜਿਹੜੇ ਨੇ ਸਾਡੇ ਸਭ ਤੋਂ ਪੁਰਾਣੇ ਏਂਸ਼ੀਐਂਟ ਸਕ੍ਰਿਪਚਰਸ ਹੈਗੇ ਆ, ਜਿਹੜੇ ਨੋਨ ਟੂ ਦਾ ਹਿਊਮਨ ਜਾਂ ਜਿਹੜੇ ਕਹ ਲਓ ਮਨੁੱਖ ਜਾਤੀ ਨੂੰ ਜਿਹੜੇ ਸਭ ਤੋਂ ਪੁਰਾਣੇ ਸਕ੍ਰਿਪਚਰਸ ਨੇ ਸਾਡੇ ਧਾਰਮਿਕ ਸਕ੍ਰਿਪਚਰਸ ਵੇਦ ਹੀ ਨੇ, ਜਿਨ੍ਹਾਂ ਚੋਂ ਨੌਲੇਜ ਸਾਨੂੰ ਮਿਲਦੀ ਹੈਗੀ ਆ ਜੀ। ਤੇ ਜਿਹੜੀ ਐਸਟ੍ਰੋਲੋਜੀ ਹੈਗੀ ਆ, ਐਸਟ੍ਰੋਲੋਜੀ ਦਾ ਮਤਲਬ ਹੁੰਦਾ ਵਾ ਐਸਟਰ ਪਲੱਸ ਲੌਜਿਕ। ਐਸਟਰ ਹੁੰਦਾ ਸਟਾਰਸ ਨੂੰ ਕਿਹਾ ਜਾਂਦਾ ਵਾ, ਲੌਜਿਕ ਹੁੰਦਾ ਵਾ ਕਿ ਗ੍ਰਹਿਾਂ ਦਾ ਮਨੁੱਖ ਜਾਤੀ ਦੇ ਉੱਤੇ ਜਾਂ ਮਨੁੱਖਾਂ ਦੇ ਜਿਹੜੇ ਹਿਊਮਨ ਅਫੇਅਰਸ ਨੇ ਉਹਦੇ ਤੇ ਕਿਸ ਤਰੀਕੇ ਦਾ ਇਨਫਲੂਐਂਸ ਪੈਂਦਾ ਵਾ। ਸੋ ਬੇਸਿਕਲੀ ਐਸਟ੍ਰੋਲੋਜੀ, ਜੋਤਿਸ਼ ਦਾ ਜੇ ਮਤਲਬ ਸਮਝਿਆ ਜਾਵੇ, ਐਸਟ੍ਰੋਲੋਜੀ ਦਾ ਮਤਲਬ ਆ ਕਿ ਇੱਕ ਇਨਸਾਨ ਦੀ ਲਾਈਫ ਤੇ ਕਿਸ ਤਰੀਕੇ ਦਾ ਗ੍ਰਹਿਾਂ ਦਾ ਚੰਗਾ ਜਾਂ ਮਾੜਾ, ਬੁਰਾ ਚੰਗਾ, ਕਿਸ ਤਰੀਕੇ ਦਾ ਪ੍ਰਭਾਵ ਪਏਗਾ, ਜਾਂ ਉਹ ਲਾਈਫ ਦੇ ਵਿੱਚ ਉਹਦਾ ਟਰੂ ਪਰਪਸ ਕੀ ਆ ਬੰਦੇ ਦਾ ਜ਼ਿੰਦਗੀ ਜਿਉਣ ਦਾ। ਦੇਖੋ, ਕਈ ਵਾਰੀ ਆਪਾਂ ਬਹੁਤ ਸਾਰੀਆਂ ਜ਼ਿੰਦਗੀ 'ਚ ਇਨਸਾਨ ਚੀਜ਼ਾਂ ਕਰਦਾ ਰਹਿੰਦਾ ਜਿਹਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ, ਜਾਂ ਕਿ ਲਓ ਬੇਪਰਵਾਹ ਹੋ ਕੇ ਕੋਈ ਚੀਜ਼ਾਂ ਕਰੀ ਜਾਂਦਾ ਵਾ, ਕੋਈ ਮਤਲਬ ਨਿਕਲਦਾ ਨਹੀਂ ਹੈਗਾ। ਐਸਟ੍ਰੋਲੋਜੀ ਇਨਸਾਨ ਨੂੰ ਜ਼ਿੰਦਗੀ ਵਿੱਚ ਇਹ ਦੱਸਦੀ ਆ ਕਿ ਉਹਦਾ ਟਰੂ ਪਰਪਸ ਕੀ ਆ, ਉਹ ਕਰਨਾ ਕੀ ਚਾਹੁੰਦਾ ਵਾ। ਇਹ ਕਰਮਾਂ ਤੋਂ ਅਵਗਤ ਕਰਾਉਂਦੀ ਹੈ। ਇਹਨੂੰ ਕਾਰਮਿਕ ਅਸਲ ਦੇ ਵਿੱਚ ਮੰਨਿਆ ਜਾਂਦਾ ਕਿ ਕਾਰਮਿਕ ਜਿਹੜੀਆਂ ਤੁਹਾਡੀਆਂ ਡੈਟਸ ਹੈਗੀਆਂ ਵਾ, ਉਹ ਤੋਂ ਬੰਦੇ ਨੂੰ ਜਾਣੂ ਕਰਾਉਂਦਾ ਕਿ ਪਿਛਲੇ ਜਨਮਾਂ 'ਚ ਉਹਨੇ ਕੀ ਕੀਤਾ ਸੀਗਾ ਤੇ ਅਗਲੇ ਜਨਮ ਜਿਹੜਾ ਜਨਮ ਲਿਆ ਹੋਇਆ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਉਹਨੂੰ ਜਾਣੂ ਹੋਣ ਦੀ ਲੋੜ ਆ। ਫੋਰ ਐਗਜ਼ਾਮਪਲ, ਲੈਟਸ ਸੇ ਕਿਸੇ ਦੇ ਹੋਰੋਸਕੋਪ ਦੇ ਵਿੱਚ ਚੰਦਰਮਾ ਪੀੜਤ ਆ ਰਿਹਾ, ਇਟ ਮੀਨਸ ਪਿਛਲੇ ਜਨਮ ਦੇ ਵਿੱਚ ਮਾਂ ਨੂੰ ਲੈ ਕੇ ਕੋਈ ਨਾ ਕੋਈ ਕਸ਼ਟ ਬਣਿਆ ਹੋਏਗਾ। ਜੀ। ਕਿਸੇ ਦੇ ਹੋਰੋਸਕੋਪ 'ਚ ਜੁਪੀਟਰ ਅਸਲ ਦੇ ਵਿੱਚ ਨੈਗੇਟਿਵ ਸ਼ੋ ਹੋ ਰਿਹਾ ਵਾ ਅੱਜ ਦੇ। ਇਹਦਾ ਮਤਲਬ ਇਹ ਨਹੀਂ ਕਿ ਇਸ ਵਕਤ ਜੁਪੀਟਰ ਉਹਦਾ ਜਾਂ ਖਰਾਬ ਰਿਜ਼ਲਟ ਦੇ ਰਿਹਾ ਸੀ, ਇਹਦੇ ਪਿਛਲੇ ਜਨਮਾਂ ਦੇ, ਕਿਉਂਕਿ ਜਦੋਂ ਉਹਦਾ ਬਰਥ ਹੋਇਆ ਵਾ ਉਹਦੇ ਕਰਮ ਦੱਸ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਨੂੰ ਲੈ ਕੇ ਜਾਂ ਟੀਚਰਸ ਨੂੰ ਲੈ ਕੇ ਕੋਈ ਨਾ ਕੋਈ ਕਮੀ ਬਣੀ ਹੋਈ ਆ। ਸੋ ਮੋਟੇ ਤੌਰ ਤੇ ਜੋਤਿਸ਼ ਦਾ ਮਤਲਬ ਸਮਝਿਆ ਜਾਵੇ ਕਿ ਇਨਸਾਨ ਨੂੰ ਸਹੀ ਢੰਗ ਦੇ ਨਾਲ ਜ਼ਿੰਦਗੀ ਜਿਉਣ ਦਾ ਤਰੀਕਾ ਆ ਅਸਲ ਦੇ ਵਿੱਚ, ਤੇ ਇਨਸਾਨ ਦਾ ਜ਼ਿੰਦਗੀ ਦਾ ਸਹੀ ਪਰਪਸ ਕੀ ਆ, ਇਹ ਉਸ ਤੋਂ ਜਾਣੂ ਕਰਾਉਣ ਦੀ ਇੱਕ ਸਾਇੰਸ ਆ। ਇਹ ਪ੍ਰੈਕਟੀਕਲ ਸਾਇੰਸ ਆ ਅਸਲ ਦੇ ਵਿੱਚ, ਜਾਂ ਸਾਇੰਸ ਆਫ ਸਟਾਰਸ ਕਿਹਾ ਜਾਂਦਾ ਵਾ ਕਿ ਜ਼ਿੰਦਗੀ ਨੂੰ ਜਿਉਣ ਦਾ ਢੰਗ ਆ ਅਸਲ ਦੇ ਵਿੱਚ ਜੋਤਿਸ਼ ਵਿਦਿਆ। ਓਕੇ, ਤੁਹਾਡਾ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਇਹ ਕਰਮਾਂ ਦੇ ਉੱਤੇ ਡਿਪੈਂਡ ਕਰਦਾ, ਸਭ ਕੁਝ ਕਰਦਾ, ਤੇ ਕੀ ਇਹ ਜਿਹੜੇ ਸਾਡੇ ਕਰੰਟ ਕਰਮ ਚੱਲ ਰਹੇ, ਜਿਹੜਾ ਆਪਾਂ ਹੁਣ ਕਰ ਰਹੇ ਹਾਂ, ਉਹਨਾਂ ਦੇ ਉੱਤੇ ਵੀ ਡਿਪੈਂਡ ਕਰਦੀ ਹੈ? ਯੈਸ, ਬਿਲਕੁਲ। ਇਹ ਇੱਕ ਲੜੀਵਾਦ ਚੱਲੀ ਜਾਂਦਾ ਰਹਿੰਦਾ ਵਾ। ਇਸੇ ਨੂੰ ਅਸੀਂ ਜਦੋਂ ਰੈਮੇਡੀਜ਼ ਕਰਦੇ ਆ ਜਾਂ ਜਦੋਂ ਕਹ ਲਓ ਉਪਾਅ ਜਦੋਂ ਕੀਤੇ ਜਾਂਦੇ ਨੇ, ਉਹਦਾ ਵੀ ਮਤਲਬ ਇਹੀ ਹੈਗਾ ਕਿ ਜਦੋਂ ਵੀ ਅਸੀਂ ਕੋਈ ਵੀ ਕਰਮ ਕਰਦੇ ਆ ਉਹ ਗਿਣਿਆ ਵੀ ਜਾਂਦਾ ਵਾ, ਉਸੇ ਤਰੀਕੇ ਨਾਲ ਹੀ ਉਪਾਅ ਦਾ ਰਿਜ਼ਲਟ ਆਉਂਦਾ ਵਾ। ਫੋਰ ਐਗਜ਼ਾਮਪਲ, ਕਿਸੇ ਦਾ ਲੈਟਸ ਸੇ ਜੁਪੀਟਰ ਦਾ ਕਿਸੇ ਦਾ ਗਲਤ ਰਿਜ਼ਲਟ ਦੇ ਰਿਹਾ ਵਾ, ਉਹਨੂੰ ਕਿਹਾ ਜਾਂਦਾ ਵਾ ਕਿ ਗੁਰੂ ਦੀ ਸੇਵਾ ਕਰ, ਜਾਂ ਕਈ ਵਾਰੀ ਹੁੰਦਾ ਕਿ ਵੀ ਕਿਸੇ ਪੰਡਤ ਨੂੰ ਦਾਨ ਕਰ ਦੋ ਜਾਂ ਕਿਸੇ ਧਾਰਮਿਕ ਵਿਅਕਤੀ ਨੂੰ ਦਾਨ ਕਰ ਦੋ। ਉਹਦਾ ਮਤਲਬ ਕੀ ਹੁੰਦਾ ਵਾ ਕਿ ਕਿਸੇ ਵੀ ਤਰੀਕੇ ਦੀ ਜੁਪੀਟਰ ਨੂੰ ਕੀਤੀ ਹੋਈ ਜਿਹੜੀ ਉਹਨਾਂ ਦੀ ਕਮੀ ਬਣਦੀ ਪਈ ਆ ਹੋਰੋਸਕੋਪ 'ਚ, ਪੂਰੀ ਕੀਤੀ ਜਾਵੇ, ਸੋ ਤਾਂ ਕਿ ਜਿਹੜੀ ਉਹਦੀ ਕਾਰਮਿਕ ਡਾਟਾ ਉਹ ਬੈਲੈਂਸ ਦੇ ਵਿੱਚ ਆ ਸਕੇ। ਸੋ ਯੈਸ, ਜਿਹੜੇ ਵੀ ਅਸੀਂ ਕਰਮ ਕਰਦੇ ਪਏ ਉਹ ਨਾਲ ਦੀ ਨਾਲ ਜੁੜੇ ਜਾਂਦੇ ਨੇ, ਲਿਖੀ ਜਾਂਦੇ ਪਏ ਨੇ ਅਸਲ ਦੇ ਵਿੱਚ। ਉਹਦਾ ਉਸੇ ਤਰੀਕੇ ਨਾਲ ਪੋਜ਼ਿਟਿਵ ਜਾਂ ਨੈਗੇਟਿਵ ਇਫੈਕਟ ਮਿਲਣਾ ਸ਼ੁਰੂ ਹੋ ਜਾਂਦਾ ਵਾ। ਤਾਂ ਹੀ ਜਿਹੜੀਆਂ ਰੈਮੇਡੀਜ਼ ਨੇ ਕੰਮ ਕਰਦੀਆਂ ਨੇ, ਜਾਂ ਉਪਾਅ ਜਿਹੜੇ ਨੇ ਕੰਮ ਕਰਦੇ ਨੇ। ਜੇ ਆਪਾਂ ਕਹੀਏ ਵੀ ਸਾਡੇ ਕਰੰਟ ਕਰਮ ਗਿਣੇ ਨਹੀਂ ਜਾਂਦੇ ਹੈਗੇ, ਫਿਰ ਕਿਸੇ ਤਰੀਕੇ ਦਾ ਕਰਮ ਕਰਨ ਦਾ ਮਤਲਬ ਹੀ ਨਹੀਂ ਹੈਗਾ। ਫਿਰ ਤਾਂ ਕਹਿ ਲਓ ਵੀ ਸੌ ਜਾਣਾ ਚਾਹੀਦਾ ਬੰਦੇ ਨੂੰ ਘਰੇ ਜਾ ਕੇ ਵੀ ਮੇਰਾ ਤਾਂ ਕੁਝ ਹੋਣਾ ਹੀ ਨਹੀਂ ਹੈਗਾ, ਜਾਂ ਕਹਿ ਲਓ ਵੀ ਚੰਗਾ ਕਰਨਾ ਜਾਂ ਮਾੜਾ ਕਰਨਾ, ਫਿਰ ਤਾਂ ਕੋਈ ਫਾਇਦਾ ਹੀ ਨਹੀਂ। ਯੈਸ, ਕੋਈ ਵੀ ਬੰਦਾ ਕਰਮ ਜਿਹੜਾ ਵੀ ਕਰਦਾ ਵਾ ਉਹਦਾ ਚੰਗਾ ਜਾਂ ਨੈਗੇਟਿਵ ਰਿਜ਼ਲਟ ਉਹਦਾ ਬਿਲਕੁਲ ਮਿਲਦਾ ਵਾ। ਯੈਸ, ਉਹਦੀ ਟਾਈਮਿੰਗ 'ਚ ਫਰਕ ਹੋ ਸਕਦਾ ਵਾ, ਹੋ ਸਕਦਾ ਉਹਦਾ ਰਿਜ਼ਲਟ ਮਹੀਨੇ ਨੂੰ ਮਿਲੇ, 2 ਮਹੀਨੇ ਨੂੰ ਮਿਲੇ ਜਾਂ 3 ਮਹੀਨੇ ਨੂੰ ਮਿਲੇ, ਪਰ ਯੈਸ, ਉਹਦਾ ਰਿਜ਼ਲਟ ਮਿਲੂਗਾ ਜ਼ਰੂਰ। ਦੈਟ ਇਜ਼ 100% ਉਹਦਾ ਹੈਗਾ ਕਿ ਰਿਜ਼ਲਟ ਜ਼ਰੂਰ ਮਿਲਣਾ ਉਸ ਚੀਜ਼ ਦਾ। ਅਸੀਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਦੇਖਦੇ ਹਾਂ ਕਿ ਜਿਵੇਂ ਰੈਮੇਡੀਜ਼ ਦੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਕਈ ਲੋਕ ਇਹਨੂੰ ਜਾਦੂ ਟੋਨਾ, ਭੂਤ ਚੜੇਲਾ ਨਾਲ ਵੀ ਕਨੈਕਟ ਕਰਦੇ ਨੇ। ਕੀ ਇਹ ਕਰੈਕਟ ਹੈ ਜਾਂ ਜੋਤਿਸ਼ ਇਹਦੇ ਨਾਲੋਂ ਡਿਫਰੈਂਟ ਹੈ?
ਦੇਖੋ ਇਹਦਾ ਬੜਾ ਆਪਾਂ ਵੀ ਕਈ ਵਾਰੀ ਦੇਖਦੇ ਆ YouTube ਤੇ ਵੀਡੀਓਜ਼ ਪਈਆਂ ਹੁੰਦੀਆਂ ਨੇ ਜਾਂ ਜੀ, ਕਈ ਜੀ। ਵਾਰੀ Google ਤੇ ਐਡਾਂ ਬੜੀਆਂ ਹੁੰਦੀਆਂ ਨੇ, ਵਸ਼ੀਕਰਨ ਕਰ लो जी, आपकी प्रेमिका आपके हाथ में 24 घंटे में आ जाएगी, जी, जी, पत्नी जी। को वश में कर लो। ਦੇਖੋ ਮੈਂ ਤਾਂ ਕਹਿੰਦਾ ਵੀ ਜਿਹੜੇ ਬੰਦੇ ਐਡ ਦਿੰਦੇ ਨੇ ਉਹ ਮੈਨੂੰ ਕਰਕੇ ਦਿਖਾ ਦੇਣ ਇੱਕ ਵਾਰੀ, ਮੈਂ ਜਿੰਨੇ ਕਹਿਣਗੇ ਉਨੇ ਮਿਲ ਜਾਣਗੇ, ਉਹਨਾਂ ਨੂੰ ਕਰਕੇ ਦਿਖਾ ਦੇਣ ਮੈਨੂੰ ਇੱਕ ਵਾਰੀ। ਜੀ ਜੀ ਦੇਖੋ ਜਿਹੜਾ ਬੰਦਾ ਕਹਿ ਲੋ ਉਹ ਅਸਲ 'ਚ ਕਰ ਕੀ ਰਹੇ ਨੇ, ਸਿਰਫ ਐਸਟ੍ਰੋਲੋਜੀ ਦਾ ਨਾਮ ਯੂਜ਼ ਕਰ ਰਹੇ ਨੇ। ਐਸਟ੍ਰੋਲੋਜੀ 'ਚ ਕਿਤੇ ਵੀ ਜਿੰਨੀ ਮੇਰੀ ਮਤਲਬ ਮੈਂ ਇੱਕ ਐਸਟ੍ਰੋਲੋਜੀ ਨਹੀਂ ਪੜ੍ਹੀਆਂ, ਕਿੰਨੀਆਂ ਐਸਟ੍ਰੋਲੋਜੀ ਨੂੰ ਰੀਡ ਕਰ ਚੁੱਕਿਆ, ਹਰੇਕ ਐਸਟ੍ਰੋਲੋਜੀ ਦਾ ਅਧਿਐਨ ਕਰ ਚੁੱਕਿਆ, ਕਿਤੇ ਵੀ ਐਸਟ੍ਰੋਲੋਜੀ 'ਚ ਨਾ ਵਸ਼ੀਕਰਨ ਨਾ ਕਾਲਾ ਜਾਦੂ ਆ, ਕਿਤੇ ਕੁਝ ਨਹੀਂ ਹੈਗਾ। ਇਹ ਸਿਰਫ ਐਸਟ੍ਰੋਲੋਜਰਾਂ ਦਾ ਨਾਮ ਬਦਨਾਮ ਕਰ ਰਿਹਾ। ਜਿਹੜਾ ਬੰਦਾ ਨਾਮ ਲੈ ਕੇ ਕਹਿ ਰਿਹਾ ਨਾ ਕਿ ਵੀ ਕਾਲਾ ਜਾਦੂ ਹੋ ਜੂ, ਵਸ਼ੀਕਰਨ, ਉਹ ਅਸਲ 'ਚ ਬੇਵਕੂਫ ਬਣਾ ਰਿਹਾ, ਹੋਰ ਕੁਝ ਨਹੀਂ ਕਰ ਰਿਹਾ ਹੈਗਾ। ਉਹ ਅਸਲ 'ਚ ਨਾਮ ਖਰਾਬ ਕਰ ਰਿਹਾ ਵਾ, ਹੋਰ ਕੁਝ ਨਹੀਂ ਕਰ ਰਿਹਾ। ਇਹੋ ਜਿਹੀ ਚੀਜ਼ ਕੋਈ ਨਹੀਂ ਹੁੰਦੀ, ਇਹੋ ਜਿਹੇ ਬੰਦਿਆਂ ਤੋਂ ਦੂਰ ਰਹਿਣਾ ਚਾਹੀਦਾ। ਦੂਸਰੀ ਗੱਲ, ਇਹਨਾਂ ਦਾ ਬੜਾ ਵਧੀਆ ਤਰੀਕਾ ਇਹਨਾਂ ਨੂੰ ਫੜਨ ਦਾ, ਜੇ ਕੋਈ ਲਿਖਿਆ ਹੋਵੇ ਨਾ ਕੋਈ ਵੀ ਸੋ ਕਾਲਡ, ਇਹਨਾਂ ਨੂੰ ਬਾਬੇ ਕਿਹਾ ਜਾਂਦਾ ਬਿਲਕੁਲ ਬਿਲਕੁਲ। ਐਸਟ੍ਰੋਲੋਜੀ ਦੇ ਨਾਲ ਜਦੋਂ ਲਿਖਿਆ ਹੋਵੇ ਨਾ ਥੱਲੇ ਕਾਲਾ ਜਾਦੂ, ਵਸ਼ੀਕਰਨ, ਸਮਝ ਲਓ ਦੂਰ ਭੱਜੋ ਉਸ ਬੰਦੇ ਤੋਂ। ਉਹ ਕਿਉਂਕਿ ਗੱਲ ਕੀ ਆ, ਲੋਕਾਂ ਦਾ ਐਸਟ੍ਰੋਲੋਜੀ ਤੇ ਬਿਲੀਵ ਹੈਗਾ ਵਾ, ਕਿਉਂਕਿ ਇਹ ਵਿਦਿਆ ਕੋਈ ਅੱਜ ਦੀ 10-15 ਸਾਲ ਪੁਰਾਣੀ ਵਿਦਿਆ ਨਹੀਂ, ਇਹ ਤਾਂ ਹਜ਼ਾਰਾਂ ਸਾਲ ਪੁਰਾਣੀ ਵਿਦਿਆ। ਲੋਕਾਂ ਦਾ ਵਿਸ਼ਵਾਸ ਆ ਕਿਉਂਕਿ ਰਿਜ਼ਲਟ ਆਉਂਦਾ। ਜਦੋਂ ਹੀ ਉਹ ਦੇਖਦਾ ਕੋਈ ਐਸਟ੍ਰੋਲੋਜਰ ਆ, ਉਹ ਬਿਲੀਵ ਕਰ ਲੈਂਦਾ ਵੀ ਸ਼ਾਇਦ ਸਾਨੂੰ ਰਿਜ਼ਲਟ ਆ ਜਾਊਗਾ। ਪਰ ਇਹ ਅਸਲ 'ਚ ਸੋ ਕਾਲਡ ਉਹ ਬਾਬੇ ਨੇ ਜਿਹੜੇ ਅਸਲ 'ਚ ਨੈਗੇਟਿਵ ਰਿਜ਼ਲਟ ਦਿੰਦੇ ਨੇ, ਨੈਗੇਟਿਵ ਰਿਜ਼ਲਟ ਵੀ ਨਹੀਂ ਦਿੰਦੇ, ਅਸਲ 'ਚ ਪੈਸੇ ਅਸਲ 'ਚ ਲੋਕਾਂ ਦੇ ਠੱਗਦੇ ਨੇ ਤੇ ਲੋਕਾਂ ਨੂੰ ਮਿਸਗਾਈਡ ਕਰਦੇ ਹੈਗੇ ਆ। ਸੋ ਇਹਨਾਂ ਤੋਂ ਬਚਣ ਦੀ ਲੋੜ ਆ। ਇਹ ਕੋਈ ਕੁਝ ਨਹੀਂ ਹੁੰਦਾ ਹੈਗਾ, ਅੱਜ ਤੱਕ ਮੈਨੂੰ ਤਾਂ ਕੋਈ ਲੱਭਿਆ ਨਹੀਂ। ਨਾਲੇ ਜਿਹੜੀਆਂ ਇਹ ਵਿਦਿਆਵਾਂ ਦੀ ਗੱਲ ਕਰਦੇ ਆ, ਕਾਲਾ ਜਾਦੂ ਹੋ ਗਿਆ ਜਾਂ ਕੁਝ ਵੀ ਆ, ਇਹਨਾਂ ਨੂੰ ਤਾਂਤਰਿਕ ਵਿਦਿਆਵਾਂ ਕਹਿੰਦੇ ਆ। ਇਹ ਤਾਂ ਮਤਲਬ ਕਿਤੇ ਕਰੋੜਾਂ 'ਚੋਂ ਕੋਈ ਇੱਕ ਅੱਧਾ ਬੰਦਾ ਹੁੰਦਾ, ਉਹ ਤੇ ਉਰੇ ਨਹੀਂ ਸਮਾਜ 'ਚ ਲੱਭਣਾ ਸਾਨੂੰ ਉਹ ਬੰਦਾ। ਸੋ ਇਹ ਬਿਲਕੁਲ ਇਹ ਝੂਠੀਆਂ ਚੀਜ਼ਾਂ ਨੇ, ਇਹਨਾਂ ਦਾ ਮੈਂ ਬਿਲਕੁਲ ਖੰਡਨ ਕਰਦਾ ਹਾਂ, ਬਿਲਕੁਲ ਵੀ ਨਹੀਂ ਹੈਗੀਆਂ ਚੀਜ਼ਾਂ। ਸੋ ਜਿੱਦਾਂ ਤੁਸੀਂ ਕਿਹਾ ਕਿ ਇਹ ਇੱਕ ਨਿਊਮੈਰੀਕਲ ਸਾਇੰਸ ਹੈ ਜਾਂ ਬਿਲਕੁਲ ਇੱਕ ਵਿਦਿਆ ਹੈ, ਕੀ ਇਹਦੀ ਪੜ੍ਹਾਈ ਵੀ ਹੈ ਕਿ ਇਹਨੂੰ ਪੜ੍ਹਾਈ ਕਰਕੇ ਕੀਤਾ ਜਾਂਦਾ ਹੈ? ਦੇਖੋ ਇਹ ਤਾਂ ਪੂਰੀ ਪੜ੍ਹਾਈ ਹੈਗੀ ਆ। ਮੈਨੂੰ ਆਪ ਨੂੰ 14-15 ਸਾਲ ਹੋ ਗਏ, ਹਜੇ ਵੀ ਇਹ ਪੜ੍ਹਾਈ, ਇਹ ਇੱਕ ਸਮੁੰਦਰ ਹੈਗਾ ਵਾ, ਇਹ ਚੱਲੀ ਜਾਣਾ ਵਾ। ਇਹ ਹਜ਼ਾਰਾਂ ਸਾਲਾਂ ਦਾ ਇੱਕ ਐਕਸਪੀਰੀਅੰਸ ਆ। ਮੈਨੂੰ ਆਪ ਨੂੰ ਓਵਰ 20,000 ਹੋਰੋਸਕੋਪ ਦਾ ਐਕਸਪੀਰੀਅੰਸ ਹੈਗਾ ਵਾ। ਸੋ ਇਹ ਨਿਰੰਤਰ ਇੱਕ ਵਿਦਿਆ ਦਾ ਐਕਸਪੀਰੀਅੰਸ ਆ ਜਿਹੜਾ ਚੱਲੀ ਜਾਂਦਾ। ਯੈਸ, ਸਟੱਡੀ ਹੁੰਦੀ ਆ, ਜਿੱਦਾਂ ਅਲੱਗ-ਅਲੱਗ ਤਰ੍ਹਾਂ ਦੀ ਜੋਤਿਸ਼ ਪੜ੍ਹਨੀ ਹੈਗੀ ਆ। ਕੋਈ ਪ੍ਰਾਸ਼ਰੀ ਜੋਤਿਸ਼ ਕਰਦਾ, ਕੋਈ ਕੇਪੀ ਜੋਤਿਸ਼ ਕਰਦਾ ਵਾ, ਕੋਈ ਨਾੜੀ ਪੜ੍ਹਦਾ ਵਾ, ਕੋਈ ਡਿਫਰੈਂਟ ਤਰੀਕਿਆਂ ਦੀਆਂ ਐਸਟ੍ਰੋਲੋਜੀਜ਼ ਪੜ੍ਹਦਾ। ਅਲੱਗ-ਅਲੱਗ ਐਸਟ੍ਰੋਲੋਜੀ ਦੀਆਂ ਵਿਦਿਆਵਾਂ ਬਣੀਆਂ, ਹੋਰ ਵੀ ਕਾਫੀ ਨਿਊਮਰੋਲੋਜੀ ਆ ਜਾਂਦੀ ਹੈ, ਕਲਰ ਥੈਰੇਪੀ ਆ ਜਾਂਦੀ ਆ, ਸਮੁਦਰਿਕ ਵਿਦਿਆ ਇਹਦੇ 'ਚ ਆ ਜਾਂਦੀਆਂ। ਸਾਰਿਆਂ ਨੂੰ ਸਟੱਡੀ ਕਰਨਾ ਪੈਂਦਾ ਤਾਂ ਜਾ ਕੇ ਇੱਕ ਪਰਫੈਕਟ ਮਾਸਟਰ ਐਸਟ੍ਰੋਲੋਜਰ ਬਣਦਾ ਵਾ। ਤੁਸੀਂ ਇਦਾਂ ਨਹੀਂ ਹੈਗਾ ਵੀ ਆਪਾਂ ਕਹਿ ਲਈ ਵੀ ਇੱਕ ਕਿਤਾਬ ਪੜ੍ਹ ਲਈ ਤਾਂ ਐਸਟ੍ਰੋਲੋਜਰ ਬਣ ਜਾਊਗਾ, ਇਦਾਂ ਨਹੀਂ ਹੁੰਦੀ ਹੈਗੀ ਪ੍ਰੈਡਿਕਸ਼ਨ। ਦੇਖੋ ਇੱਕ ਕਿਤਾਬ ਪੜ੍ਹਨੀ ਡਿਫਰੈਂਟ ਚੀਜ਼ ਹੈਗੀ ਆ। ਜਦੋਂ ਇੱਕ ਆਰਟ ਫਾਰਮ ਹੁੰਦੀ ਆ, ਆਰਟ ਇਦਾਂ ਨਹੀਂ ਫਾਰਮ ਹੁੰਦੀ ਜਿੱਦਾਂ ਲੈਟਸ ਸੇ ਕਿਸੇ ਨੂੰ ਡਾਂਸ ਸਿਖਾ ਦੇਣਾ ਗੱਲ ਅੱਡ ਹੈਗੀ ਆ। 4 ਸਟੈਪ ਸਿਖਾਉਣ ਨਾਲ ਡਾਂਸ ਨਹੀਂ ਕਰ ਸਕਦਾ ਬੰਦਾ। ਉਹ ਡਾਂਸਰ ਜਦੋਂ ਬਣਦਾ ਆ, ਉਹ ਇੱਕ ਕਲਾ ਹੁੰਦੀ ਆ, ਉਹ ਇੱਕ ਮਤਲਬ ਇੱਕ ਜ਼ੋਨ 'ਚ ਆਉਂਦਾ ਆ ਜਦੋਂ ਉਹਨੂੰ ਸਟੈਪ ਦੱਸਣੇ ਨਹੀਂ ਪੈਂਦੇ, ਆਪਣੇ ਆਪ ਹੀ ਸਟੈਪ ਉਹਦੇ ਅੰਦਰੋਂ ਨਿਕਲਦੇ ਆ। ਸੇਮ ਤਰੀਕੇ ਨਾਲ ਐਸਟ੍ਰੋਲੋਜੀ ਵੀ ਇੱਕ ਆਰਟ ਹੈਗੀ ਆ। ਜਦੋਂ ਸਾਨੂੰ ਹੁਣ ਹੋਰੋਸਕੋਪ ਦਿਖਾਉਣਾ, ਦੱਸਣਾ ਨਹੀਂ ਪੈਂਦਾ ਕਿ ਗ੍ਰਹਿ ਕਰੂਗਾ ਕੀ, ਗ੍ਰਹਿ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਿ ਗ੍ਰਹਿ ਨੇ ਰਿਜ਼ਲਟ ਕੀ ਦੇਣਾ ਹੈਗਾ ਵਾ। ਉਹਨੂੰ ਕਹਿੰਦੇ ਆ ਕਿ ਇਹ ਇੱਕ ਮਾਸਟਰ ਬਣ ਚੁੱਕਿਆ ਵਾ ਉਹ ਬੰਦਾ। ਤੇ ਉਹ ਸਾਲਾਂ ਦਾ ਇੱਕ ਮਤਲਬ ਇੱਕ ਪ੍ਰੋਸੈਸ ਹੈਗਾ ਵਾ। ਇਹ ਕੋਈ ਇਦਾਂ ਨਹੀਂ ਹੈਗਾ ਵੀ ਇੱਕ ਛੋਟੀ ਜਿਹੀ ਇੱਕ ਕਿਤਾਬ ਪੜ੍ਹ ਲਈ ਉਹਦੇ ਨਾਲ ਕੋਈ ਐਸਟ੍ਰੋਲੋਜਰ ਬਣ ਜਾ। ਨੋ, ਇਟਸ ਅ ਮਤਲਬ ਕਿਤੇ ਹਜ਼ਾਰਾਂ ਕਰੋੜਾਂ ਚੋਂ ਇੱਕ ਜਾ ਕੇ ਐਸਟ੍ਰੋਲੋਜਰ ਮਤਲਬ ਨਿਕਲਦਾ ਹੈ। ਸਾਲਾਂ ਦਾ ਤਰਜਮਾ, ਸਾਲਾਂ ਦਾ ਤਜਰਬਾ, ਕਿਉਂਕਿ ਐਕਸਪੀਰੀਅੰਸ ਬਹੁਤ ਲੋੜ ਆ। ਕਿਉਂਕਿ ਜਿਹਨੂੰ ਹੁਣ ਪਤਾ ਹੀ ਨਹੀਂ, ਕਿਉਂਕਿ ਹੁਣ 9 ਗ੍ਰਹਿ ਨੇ, 12 ਘਰ ਹੈਗੇ, 12 ਹਾਊਸਸ ਆ, ਉਹਨਾਂ ਨੇ ਕਦੇ ਨਾ ਕਿਤੇ ਬੈਠੀ ਜਾਣਾ। ਦਸ਼ਾਵਾਂ ਦਾ ਡਿਫਰੈਂਟ ਰਿਜ਼ਲਟ ਹੁੰਦਾ ਵਾ, ਕੋਈ ਪ੍ਰੈਡਿਕਸ਼ਨ ਹੁੰਦੀ ਨਹੀਂ ਹੈਗੀ। ਕਿਉਂਕਿ ਇਸ ਕਈ ਵਾਰੀ ਕੀ ਹੁੰਦਾ, ਸੇਮ ਗ੍ਰਹਿ ਸੇਮ ਜਗ੍ਹਾ ਤੇ ਬੈਠਾ ਵਾ ਪਰ ਰਿਜ਼ਲਟ ਡਿਫਰੈਂਟ ਦੇ ਰਿਹਾ। ਹੁਣ ਤੁਸੀਂ ਕਿੱਦਾਂ ਸਮਝੋਗੇ ਕਿ ਕੀ ਰਿਜ਼ਲਟ ਦੇ ਰਿਹਾ? ਇਹ ਤੁਹਾਨੂੰ ਐਕਸਪੀਰੀਅੰਸ ਹੀ ਦੱਸੂਗਾ ਕਿ ਵੀ ਉਹ ਚੀਜ਼ ਦਾ ਰਿਜ਼ਲਟ ਆ ਕੀ ਰਿਹਾ ਵਾ, ਕਿਹੜਾ ਗ੍ਰਹਿ ਵਾ ਡਿਸਟਰਬ ਕਰ ਰਿਹਾ ਹੈਗਾ। ਸੋ ਇੱਕ ਐਕਸਪੀਰੀਅੰਸ ਹੈਗਾ ਵਾ ਉਹ, ਮਤਲਬ ਫੇਰ ਬੰਦੇ ਨੂੰ ਪਤਾ ਲੱਗਦਾ ਹੈ ਵੀ ਕਿਹੜੇ ਗ੍ਰਹਿ ਦਾ ਰਿਜ਼ਲਟ ਪੋਜ਼ਿਟਿਵ ਆ, ਕਿਹੜੇ ਦਾ ਨੈਗੇਟਿਵ ਹੈ। ਓਕੇ। ਤੇ ਸਤਿੰਦਰ ਜੀ, ਇੱਕ ਗੱਲ ਹੋਰ ਹੈ, ਜਿਵੇਂ ਕਿ ਤੁਸੀਂ ਦੱਸਿਆ ਕਿ ਜੋਤਿਸ਼ ਦੇ ਵਿੱਚ ਵੀ ਕਈ ਵਿਦਿਆਵਾਂ ਨੇ, ਕਿ ਹੱਥ ਪੜਨਾ ਜਾਂ ਟੈਰਟ ਇਹ ਸਿਮਿਲਰ ਨੇ ਜਾਂ ਡਿਫਰੈਂਟ? ਨਹੀਂ, ਬਿਲਕੁਲ ਇਹ ਸਾਰੀਆਂ ਵਿਦਿਆਵਾਂ ਡਿਫਰੈਂਟ ਨੇ। ਦੇਖੋ ਇਹਦੀਆਂ ਨਾ ਡਾਈਸੈਕਸ਼ਨਸ ਹੁੰਦੀਆਂ, ਜਿੱਦਾਂ ਐਸਟ੍ਰੋਲੋਜੀ ਹੈਗੀ, ਐਸਟ੍ਰੋਲੋਜੀ ਦੇ ਵਿੱਚ ਆਪਣੀਆਂ ਡਾਈਸੈਕਸ਼ਨਸ ਨੇ, ਆਪਣੇ ਵੇ ਆਊਟ ਨੇ। ਜਿੱਦਾਂ ਲਾਲ ਕਿਤਾਬ ਅੱਡ ਤਰ੍ਹਾਂ ਦੀਆਂ ਵਿਦਿਆ, ਯੈਸ ਉਹ ਐਸਟ੍ਰੋਲੋਜੀ ਹੈਗੀ ਆ, ਪਰ ਉਹ ਅਲੱਗ ਤਰ੍ਹਾਂ ਦਾ ਤਰੀਕਾ ਵਾ ਉਹਨਾਂ ਨੂੰ ਰੀਡ ਕਰਨ ਦਾ। ਪਲੈਨਟਸ ਜਿੱਦਾਂ ਲਾਲ ਕਿਤਾਬ ਕਹਾਂਗੇ, ਉਹਨਾਂ ਦਾ ਫਸਟ ਹਾਊਸ ਬਿਲਕੁਲ ਸਟੇਬਲ ਆ। ਫਸਟ ਹਾਊਸ ਮੀਨਸ ਫਸਟ ਹਾਊਸ।
ਜਿੱਦਾਂ ਨਾਰਮਲ ਪ੍ਰਾਸ਼ਰੀ ਜੋਤਿਸ਼ ਕਰਾਂਗੇ ਉਹਨਾਂ ਦਾ ਜਿਹੜਾ ਫਸਟ ਹਾਊਸ ਜਦੋਂ ਰਾਈਜ਼ਿੰਗ ਸਾਈਨ ਆ that is our first house। ਸੋ ਹਰੇਕ ਮਤਲਬ ਐਸਟ੍ਰੋਲੋਜੀ ਦੇ ਵਿੱਚ ਹੁੰਦਾ ਵਾ ਕਿ ਅਲੱਗ-ਅਲੱਗ ਤਰ੍ਹਾਂ ਦੇ ਪਾਇਦਾਨ ਬਣੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਨੇ ਐਸਟ੍ਰੋਲੋਜੀ ਕਰਨ ਦੇ ਜੀ। ਸੋ ਜਿੱਦਾਂ ਹੁਣ ਟੈਰਟ ਕਾਰਡ ਆ, ਇਹ ਅਲੱਗ ਤਰ੍ਹਾਂ ਦੀ ਸਾਇੰਸ ਬਣੀ ਹੋਈ ਹੈਗੀ ਆ। ਸਮੁੰਦਰਿਕ ਵਿਦਿਆ ਇਹ ਡਿਫਰੈਂਟ ਤਰ੍ਹਾਂ ਦੀ ਟੈਰਟ ਕਾਰਡ ਰੀਡਿੰਗ ਆ, that is a different kind of science। ਸੋ ਇਹ ਅਲੱਗ-ਅਲੱਗ ਤਰ੍ਹਾਂ ਦੇ ਵੇਜ਼ ਬਣੀਆਂ, ਸੂਡੋ ਸਾਇੰਸਿਸ ਕਹਿੰਦੇ ਨੇ ਇਹਨਾਂ ਨੂੰ। ਸੋ ਅਲੱਗ-ਅਲੱਗ ਤਰੀਕੇ ਦੀਆਂ ਵੇਜ਼ ਨੇ ਜਿਨ੍ਹਾਂ ਤੋਂ ਅਸੀਂ ਪ੍ਰੈਡਿਕਟਿੰਗ ਦਾ ਇਵੈਂਟ ਅਸੀਂ ਕਹਿੰਦੇ ਆ ਕਿ ਉਹਨੂੰ ਇਵੈਂਟ ਨੂੰ ਪ੍ਰੈਡਿਕਟ ਕਰਨਾ ਕਿ ਇਹਦਾ ਕੀ ਆਊਟਕਮ ਮਿਲੂਗੀ ਸਾਨੂੰ। ਸੋ ਟੈਰਟ ਕਾਰਡ ਵੀ ਆਪਣੇ ਆਪ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਵਿਦਿਆ ਹੈਗੀ ਆ। ਐਸਟ੍ਰੋਲੋਜੀ ਹੈ। ਯੈਸ, ਨਾਟ ਐਸਟ੍ਰੋਲੋਜੀ। ਐਸਟ੍ਰੋਲੋਜੀ ਆਪਣੇ ਆਪ 'ਚ ਇੱਕ ਪੂਰੀ ਇੱਕ ਵਿਦਿਆ ਹੈਗੀ ਆ। ਟੈਰਟ ਕਾਰਡ ਤਾਂ ਬੜੀ ਈਜ਼ੀ ਜੀ ਵਿਦਿਆ ਵਾ। ਤੁਸੀਂ ਆਪਣਾ ਉਹਨੂੰ ਕਾਰਡਸ ਦੇ ਨੰਬਰ, ਕਾਰਡਸ ਨੂੰ ਰੀਡ ਕਰ ਲਓ, ਕਾਰਡਸ ਦਾ ਮਤਲਬ ਸਮਝ ਲਓ, ਉਨੇ ਹੀ ਕਾਰਡਸ ਨੇ ਉਹਨਾਂ ਦਾ ਮਤਲਬ ਨਿਕਲ ਜਾਊਗਾ। ਐਸਟ੍ਰੋਲੋਜੀ ਇਜ਼ ਅ ਵੈਰੀ ਕੰਪਲਿਕੇਟਡ ਸਾਇੰਸ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਾਇੰਸ ਹੈਗੀ ਆ। ਪਰ ਯੈਸ, ਟੈਰਟ ਕਾਰਡ ਇਜ਼ ਡਿਫਰੈਂਟ। ਸਾਰੀਆਂ ਆਪੋ ਆਪਣੇ ਵੱਖਰੀਆਂ ਸਾਇੰਸਿਸ ਬਣੀ। ਕਲਰ ਥੈਰੇਪੀ ਆਪਣੇ ਆਪ ਦੇ ਵਿੱਚ ਇੱਕ ਅਲੱਗ ਹੈਗੀ ਆ ਸਾਇੰਸ। ਨਿਊਮਰੋਲੋਜੀ ਆਪਣੇ ਆਪ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ। ਇਹ ਆਪਣੇ ਤਰੀਕੇ ਬਣੇ ਹੋਏ ਨੇ ਪ੍ਰੈਡਿਕਸ਼ਨ ਕਰਨ ਦੇ ਕਿ ਕਿਸ ਤਰੀਕੇ ਨਾਲ ਪ੍ਰੈਡਿਕਸ਼ਨ ਲੈਣੀ ਆ ਤੇ ਇਹਨੂੰ ਸਮਝਣਾ ਪੈਂਦਾ ਆ। ਸੋ ਅਲੱਗ ਤਰ੍ਹਾਂ ਦਾ ਆ। ਹਰੇਕ ਬੰਦੇ ਦਾ ਮਤਲਬ ਐਸਟ੍ਰੋਲੋਜੀ ਦੇ ਹਿਸਾਬ ਨਾਲ ਅਲੱਗ-ਅਲੱਗ ਡਿਫਰੈਂਟ ਤਰੀਕੇ ਨਾਲ ਰੈਮੇਡੀ ਹੁੰਦੀ ਹੈ। ਬਿਲਕੁਲ ਦੇਖੋ, ਇਹਨਾਂ ਦਾ ਹਰੇਕ ਬੰਦੇ ਦੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰੇਕ ਦੀ ਐਸਟ੍ਰੋਲੋਜੀ ਸੇਮ ਹੋਊਗੀ। ਇਵਨ ਕਈ ਵਾਰੀ ਸਾਡੇ ਕੋਲ ਵੀ ਬੜੇ ਚੈਲੰਜਿੰਗ ਹੁੰਦੇ ਆ। ਇੱਕ ਵਾਰੀ ਤਾਂ ਇੱਕ ਹੋਰੋਸਕੋਪ ਆਇਆ ਕਿ 3 ਬੱਚਿਆਂ ਦਾ ਜਨਮ ਹੋਇਆ ਵਾ ਜੀ, ਮਤਲਬ ਤਿੰਨਾਂ ਦੇ ਹੋਰੋਸਕੋਪ ਦੇ ਹੁਣ ਆਪਾਂ ਕਹਾਂਗੇ ਵੀ ਸੇਮ ਰਿਜ਼ਲਟ ਆਊਗਾ ਕਿ ਕਿਉਂਕਿ ਬੱਚੇ ਤਾਂ ਸੇਮ ਹੋ ਰਹੇ ਆ, ਮਤਲਬ ਆਪਾਂ ਕਹਿੰਦੇ ਬੱਚੇ ਸੇਮ ਟਾਈਮ ਤੇ ਹੋ ਰਹੇ ਹੈਗੇ। ਸਭ ਚ ਵੱਧ ਤੋਂ ਵੱਧ 5 ਮਿੰਟ ਦਾ ਫਰਕ ਪੈ ਜਾਊਗਾ, 7 ਮਿੰਟ ਦਾ ਫਰਕ ਪੈ ਜਾਊਗਾ। ਪਰ ਹੁਣ ਉਹਨਾਂ ਦੀ ਲਾਈਫ ਸਾਰਿਆਂ ਦੀ ਅੱਡ ਹੈਗੀ ਹੈ ਕਿਉਂਕਿ ਮਾਲਕ ਨੇ ਮਤਲਬ ਘੜਿਆ ਇਦਾਂ ਹੈਗਾ ਵਾ। ਹੁਣ ਐਸਟ੍ਰੋਲੋਜੀ 'ਚ ਪਤਾ ਲੱਗੂਗਾ ਕਿ ਰਿਜ਼ਲਟ ਕਿੱਦਾਂ ਹੈਗਾ ਕਿਉਂਕਿ ਜਦੋਂ ਉਹਦੀ ਟਾਈਮਿੰਗ ਚੇਂਜ ਹੁੰਦੀ ਹੈ, ਨਕਸ਼ਤਰਾਂ ਦਾ ਰਿਜ਼ਲਟ ਚੇਂਜ ਹੋਈ ਜਾਂਦਾ ਵਾ। ਸੋ that is the main thing। ਸੋ yes, ਉਹਦਾ ਰਿਜ਼ਲਟ ਹਰੇਕ ਬੰਦੇ ਦੀ ਕਿਸਮਤ ਉਸ ਤੇ ਗ੍ਰਹਿਾਂ ਦੇ ਨਾਲ ਜੁੜੀ ਹੋਈ ਆ। ਹਰੇਕ ਦਾ ਟਾਈਮਿੰਗ ਦਾ ਫਰਕ ਆ। ਕਈ ਵਾਰੀ 2 ਮਿੰਟਾਂ ਨਾਲ ਫਰਕ ਪੈ ਜਾਂਦਾ ਵਾ, ਅਸੈਂਡੈਂਟ ਹੀ ਚੇਂਜ ਹੋ ਜਾਂਦਾ ਵਾ। ਪਹਿਲਾਂ ਅਸੈਂਡੈਂਟ ਡਿਫਰੈਂਟ ਸੀਗਾ, ਫਿਰ ਕੋਈ ਅਸੈਂਡੈਂਟ ਡਿਫਰੈਂਟ ਚੇਂਜ ਹੋ ਗਿਆ। ਸੋ ਇਹ ਹਰੇਕ ਬੰਦੇ ਦੀ ਐਸਟ੍ਰੋਲੋਜੀ ਦੇ ਜਿਹੜੇ ਚਾਰਟ ਬਣਦੇ ਆ, ਜਿਹਨੂੰ ਹੋਰੋਸਕੋਪ ਕਿਹਾ ਜਾਂਦਾ, ਬਿਲਕੁਲ ਡਿਫਰੈਂਟ ਬਣਦੇ ਨੇ, ਇੱਕੋ ਜਿਹੇ ਨਹੀਂ ਹੁੰਦੇ ਹੈਗੇ ਕਿ ਕਹਿ ਦਈਏ ਵੀ ਇੱਕੋ ਹੀ ਚਾਰਟ ਸਾਰਿਆਂ ਦੇ। ਨੋ, ਸਾਰਿਆਂ ਦੀ ਕਿਸਮਤ ਅੱਡ ਆ। ਉਹਨਾਂ ਦੀ ਕਾਰਮਿਕ ਡੈਟ ਦੇ ਅਨੁਸਾਰ, ਜਿੱਦਾਂ ਦਾ ਕਰਮਾਂ ਦਾ ਉਹਨਾਂ ਦਾ ਜੋ ਵੀ ਉਹ ਲੈ ਕੇ ਜਨਮ ਲਿਆ ਉਹਨਾਂ ਨੇ, ਹਰੇਕ ਇਨਸਾਨ ਆਪਣੇ ਕਰਮਾਂ ਦੇ ਮੁਤਾਬਕ ਇੱਕ ਜਨਮ ਲੈਂਦਾ ਵਾ। ਉਸ ਦੇ ਮੁਤਾਬਕ ਉਸ ਲਾਈਫ ਨੂੰ ਸ਼ੁਰੂ ਕਰਦਾ ਵਾ ਤੇ ਐਂਡ ਤੱਕ ਜਿਉਂਦਾ ਵਾ। ਤੇ ਬਾਕੀ ਜਿਹੜੇ ਕਰਮ ਕਰਦਾ ਉਹ ਜੋੜਦਾ ਜਾਂਦਾ ਵਾ। ਸੋ ਉਸ ਦੇ ਮੁਤਾਬਕ ਉਹਨੂੰ ਰਿਜ਼ਲਟ ਮਿਲਦਾ ਵਾ। ਸੋ ਬਿਲਕੁਲ ਅਲੱਗ-ਅਲੱਗ ਹੁੰਦਾ ਹੈ। ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕੁਝ ਅਸੀਂ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਕੀਤਾ, ਸਭ ਕੁਝ ਉਹਦੇ ਹਿਸਾਬ ਨਾਲ ਚੱਲਦਾ। ਬਿਲਕੁਲ। ਉਹ ਜਦੋਂ ਆਪਾਂ ਪਿਛਲਾ ਜਨਮ ਲਿਆ ਹੈਗਾ, ਉਹ ਆਪਾਂ ਡੈਟ ਲੈ ਕੇ ਜਨਮ ਲਿਆ ਵਾ, ਉੱਥੋਂ ਆਪਾਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਵਾ। ਜੋ ਸਾਡੀ ਕਹਿ ਲਓ ਫਿਲਾਸਫੀ ਆ, ਜਿਹੜਾ ਸਾਡਾ ਧਰਮ ਰੀਬਰਥ ਅਸੀਂ ਮੰਨਦੇ ਆ, ਥਿਊਰੀ ਆਫ ਰੀਬਰਥ ਹੈਗੀ ਆ ਸਾਡੀ ਕਿ ਵੀ ਅਸੀਂ ਪੁਰਾਣੇ ਜਨਮਾਂ ਦੇ ਕਰਮਾਂ ਨੂੰ ਲੈ ਕੇ ਨਵਾਂ ਜਨਮ ਲੈਂਦੇ ਆ, ਉੱਥੋਂ ਇੱਕ ਨਵਾਂ ਜੀਵਨ ਅਸੀਂ ਸ਼ੁਰੂ ਕਰਦੇ ਆ, ਜੋ ਸਾਡਾ ਪ੍ਰੋਸੈਸ ਹੈਗਾ ਵਾ ਲਾਈਫ ਦਾ। ਫਿਰ ਉਸ ਤੋਂ ਬਾਅਦ ਅਸੀਂ ਨਵਾਂ ਜੀਵਨ ਸਟਾਰਟ ਕਰਕੇ ਉੱਥੋਂ ਲਾਈਫ ਸ਼ੁਰੂ ਕਰਦੇ ਆ। ਸੋ ਇਹ ਕਾਰਮਿਕ ਅਸਲ ਦੇ ਵਿੱਚ ਫੇਸ ਆ ਸਾਡਾ, ਕਾਰਮਿਕ ਫਿਲਾਸਫੀ ਆ ਸਾਡੀ ਕਿ ਕਿਸ ਤਰੀਕੇ ਨਾਲ ਸਾਡਾ ਜੀਵਨ ਚੱਲੂਗਾ। ਯੈਸ, ਠੀਕ ਹੈ ਜੀ। ਦੂਜੀ ਗੱਲ, ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਲੋਕ ਅੱਜ ਕੱਲ੍ਹ ਮਤਲਬ ਇਹ ਨਹੀਂ ਚਾਹੁੰਦੇ ਕਿ ਅਸੀਂ ਐਸਟ੍ਰੋਲੋਜੀ 'ਚ ਬਿਲਕੁਲ ਬਿਲੀਵ ਕਰਨ ਵਾਲੇ ਬਹੁਤ ਨੇ। ਮਤਲਬ ਵੱਡੇ ਸੈਲੀਬ੍ਰਿਟੀਜ਼ ਨੇ, ਸਭ ਕੋਈ ਨੇ। ਇਹ ਇੱਕ ਨੰਬਰ, ਜਿੱਦਾਂ ਮਤਲਬ ਨੰਬਰਾਂ ਦੀ ਗੇਮ ਦੇਖ ਕੇ ਆਪਣੇ ਸਟੈਪ ਚੱਕਦੇ ਨੇ। ਤੇ ਕੀ ਇਹਦੇ ਵਿੱਚ ਆਮ ਨਾਰਮਲ ਲੋਕਾਂ ਨੂੰ ਵੀ ਬਿਲੀਵ ਕਰਨਾ ਚਾਹੀਦਾ ਜਾਂ? ਦੇਖੋ, ਇਹ ਤਾਂ ਹੁਣ ਗੱਲ ਇਹ ਨਾ ਇੱਕ ਇਦਾਂ ਆ। ਦੇਖੋ, ਜਾਂ ਤਾਂ ਕੋਈ ਚੀਜ਼ ਨਾ ਕਹਿ ਲਓ ਨਵੀਂ ਹੋਵੇ, ਜਾਂ ਕਹਿ ਲਓ 2 ਸਾਲ ਪੁਰਾਣੀ ਆ ਜੀ, ਜਾਂ 5 ਸਾਲ ਪੁਰਾਣੀ ਆ, ਜਿਹੜੀ ਕਿਸੇ ਨੇ ਪਰਖੀ ਨਾ ਹੋਵੇ। ਜਿਹੜੀ ਚੀਜ਼ ਹਜ਼ਾਰਾਂ ਸਾਲਾਂ ਤੋਂ ਮਤਲਬ ਚੱਲ ਰਹੀ ਹੈਗੀ ਆ ਤੇ ਸਾਡੇ ਰਿਸ਼ੀਆਂ ਨੇ ਮਤਲਬ ਉਸ ਚੀਜ਼ ਨੂੰ ਅਪਣਾਇਆ ਹੋਇਆ, ਵੇਦਾਂ ਦੇ ਵਿੱਚੋਂ ਨਿਕਲੀ ਹੋਈ ਹੈਗੀ ਚੀਜ਼ ਆ। ਇਹ ਕੋਈ ਨਵੀਂ ਚੀਜ਼ ਨਹੀਂ। ਇੱਕ ਜਦੋਂ ਤੋਂ ਮਨੁੱਖ ਜਾਤੀ ਨੇ ਮਤਲਬ ਕਹਿ ਲਓ ਸਮਝ ਜਦੋਂ ਤੋਂ ਆਈ ਆ ਸਾਨੂੰ, ਮਨੁੱਖ ਨੂੰ ਜਦੋਂ ਹਜ਼ਾਰਾਂ ਸਾਲ ਪੁਰਾਣੇ, ਉਦੋਂ ਤੋਂ ਉਸ ਵਿਅਕਤੀ ਸਿਤਾਰਿਆਂ ਵੱਲ ਦੇਖਦਾ ਆ ਰਿਹਾ ਵਾ ਤੇ ਉਹਦੀ ਗਤੀ ਨੂੰ ਦੇਖਦਾ ਆ ਰਿਹਾ ਕਿ ਸਾਡੇ ਜੀਵਨ 'ਚ ਕਿਸ ਤਰੀਕੇ ਦੇ ਪਰਿਵਰਤਨ ਆ ਰਹੇ ਆ। ਜਦੋਂ ਕੋਈ ਵੀ ਪਲੈਨਟ ਦਾ ਪ੍ਰਭਾਵ ਪੈਂਦਾ ਜਾਂ ਪਲੈਨਟ ਮੂਵ ਹੁੰਦਾ ਸਾਡੇ ਤੇ ਕਿਸ ਤਰੀਕੇ ਦਾ। ਹੁਣ ਕੋਈ ਨਾ ਹੋਵੇ, ਵੈਸੇ ਹੀ ਆਪਣੇ ਤੁਸੀਂ ਅੱਜ ਕੱਲ੍ਹ ਤਾਂ ਇੰਟਰਨੈਟ ਹੈਗਾ, ਗੂਗਲ ਵਗੈਰਾ ਸਰਚ ਕਰਕੇ ਦੇਖ ਲਓ। ਜਦੋਂ ਵੀ ਪੂਰਨਮਾਸ਼ੀ ਉਹਨੂੰ ਕਹਿੰਦੇ ਆ ਜਾਂ ਫੁੱਲ ਮੂਨ ਜਦੋਂ ਕਹਿੰਦੇ ਆ, ਮੈਂਟਲ ਅਸਾਈਲਮਸ ਦੇ ਵਿੱਚ ਜਿਹੜੇ ਕਹਿ ਲਓ
ਪਾਗਲਪਨ ਕਹਿ ਲਓ ਜਦੋਂ ਵੱਧ ਜੀ, ਜਾਂਦਾ ਆ, ਜੀ। ਮਤਲਬ ਉਦੋਂ ਥੋੜਾ ਜਿਹਾ ਸਾਈਕਿਕ ਜਿਹੜਾ ਇਫੈਕਟ ਹੈਗਾ ਵਾ ਚੰਦਰਮਾ ਦੇ ਕਰਕੇ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਵਾ। ਵੈਸੇ ਵੀ Okay. ਆਪਾਂ ਕਹਿੰਦੇ ਆ ਇਹ ਜਾ ਕੇ ਪੜ੍ਹੀ ਜਾ ਸਕਦੀ ਹੈ, ਇਹ ਰਿਸਰਚ ਹੈਗੀ ਹੈ ਕਿ ਅੱਛਾ। ਉਸ ਟਾਈਮ ਤੇ ਮੈਂਟਲ ਅਸਾਈਲਮਸ ਦੇ ਵਿੱਚ ਉਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਵਾ, ਦੈਟ ਇਜ਼ ਬਿਕਾਜ਼ ਆਫ ਮੂਨ। ਤੇ ਇੱਕ ਹੋਰ ਹੈਗੀ ਆ ਸਾਇੰਸ ਕਿ ਵੈਸੇ ਹੀ ਆਪਾਂ ਦੇਖ ਲਈ ਜਵਾਰ ਭਾਟਾ ਉਹਨੂੰ ਕਿਹਾ ਜਾਂਦਾ ਵਾ ਜੀ, ਕਿ ਜੀ, ਜਦੋਂ ਜੀ। ਪੂਰਨਮਾਸ਼ੀ ਆਉਂਦੀ ਆ ਪਾਣੀ ਦੀਆਂ ਛੱਲਾਂ ਬੜੀਆਂ ਉੱਚੀਆਂ ਹੋਣੀਆਂ ਬਿਲਕੁਲ, ਸ਼ੁਰੂ। ਇਹ ਹੁਣ ਦੱਸਣ ਦੀ ਲੋੜ ਨਹੀਂ ਹੈਗੀ, ਇਹ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਇਹ ਚੀਜ਼ਾਂ ਦਾ ਇਫੈਕਟ। ਸਾਡੀ ਬਾਡੀ ਦੇ ਵਿੱਚ 70% ਵਾਟਰ ਹੈਗਾ ਵਾ, ਸੋ ਧਰਤੀ ਦੇ ਉੱਤੇ ਵੀ ਜੇ ਆਪਾਂ ਦੇਖੀਏ 70% ਵਾਟਰ ਹੈਗਾ ਵਾ ਤੇ 30% ਸਾਡੀ ਧਰਤੀ ਹੈਗੀ ਆ। ਸੋ ਜੇ ਧਰਤੀ ਦੇ ਪਾਣੀ ਨੂੰ ਮਤਲਬ ਚੰਦਰਮਾ ਦੀ ਰੋਸ਼ਨੀ ਇੰਨੀਆਂ ਉੱਪਰ ਛੱਲਾਂ ਲੈ ਕੇ ਜਾ ਸਕਦੀ ਹੈ, ਸਾਡੀ ਬਾਡੀ ਦੇ ਵਾਟਰ ਨੂੰ ਨਹੀਂ ਲੈ ਕੇ ਜਾ ਰਹੀ ਹੋਊਗੀ। ਸੋ ਇਹ ਵਟ ਆਬਵੀਅਸ ਹੈ, ਬਿਲਕੁਲ ਪ੍ਰਭਾਵ ਪੈਂਦਾ ਆ। ਇਹ ਕੋਈ ਦੱਸਣ ਵਾਲੀ ਚੀਜ਼ ਨਹੀਂ ਹੈਗੀ ਕਿ ਵੀ ਸਾਨੂੰ ਕਿਉਂ ਨਹੀਂ ਪ੍ਰਭਾਵ ਪੈ ਰਿਹਾ, ਸਾਰਿਆਂ ਨੂੰ। ਦੇਖੋ ਇਹ ਜਿਹੜੀ ਸਾਇੰਸ ਬਣੀ ਆ ਇਹ ਲੋਕਾਂ ਦੇ ਭਲੇ ਲਈ ਬਣੀ ਆ ਕਿ ਇਨਸਾਨ ਦਾ, ਦੇਖੋ ਜੇ ਕੋਈ ਬੰਦਾ ਕਿਸੇ ਪ੍ਰੋਬਲਮ ਦੇ ਵਿੱਚ ਹੈਗਾ ਵਾ ਜਾਂ ਕਿਸੇ ਦੀ ਤਰੱਕੀ ਨਹੀਂ ਹੋ ਰਹੀ ਜਾਂ ਬੰਦਾ ਕਿਸੇ ਮੁਸ਼ਕਲ ਦੇ ਵਿੱਚ ਫਸਿਆ, ਬੰਦੇ ਕੋਲੇ ਕੀ ਹੱਲ ਆ, ਬੰਦਾ ਕੀ ਕਰੂਗਾ, ਕਿਹਦੇ ਕੋਲੇ ਜਾਊਗਾ? ਸੋ ਇਹ ਜਿਹੜੀ ਵਿੱਦਿਆ ਆ ਸਾਡੇ ਰਿਸ਼ੀਆਂ ਨੇ ਸਾਨੂੰ ਦਿੱਤੀ ਆ ਕਿ ਅਸੀਂ ਇਸ ਚੀਜ਼ ਦੀ ਮਤਲਬ ਲਾਹਾ ਲੈ ਕੇ, ਇਸ ਤੋਂ ਲਾਭ ਲੈ ਕੇ ਦੇਖੀਏ ਕਿ ਸਾਡੇ 'ਚ ਕਿਹੜੀ ਕਮੀ ਬਣਦੀ ਪਈ ਆ ਜਾਂ ਸਾਨੂੰ ਅਸੀਂ ਕਿਉਂ ਨਹੀਂ। ਇੱਕ ਬੰਦਾ 20 ਸਾਲ ਹੋ ਗਿਆ ਮਤਲਬ ਬਹੁਤ ਟੈਲੈਂਟਡ ਹੈਗਾ ਵਾ, ਉਹਦੇ ਕੋਲ ਟੈਲੈਂਟ ਬਹੁਤ ਆ ਪਰ ਫਿਰ ਵੀ ਤਰੱਕੀ ਨਹੀਂ ਕਰ ਪਾ ਰਿਹਾ, ਤੇ ਉਹਦੇ ਤੋਂ ਛੋਟੇ ਮਤਲਬ ਬੰਦੇ ਮਤਲਬ ਵੱਧ ਤਰੱਕੀ ਕਰ ਰਿਹਾ। 8ਵੀਂ ਫੇਲ ਬੰਦਾ ਮਲਟੀ ਮਿਲੀਅਨਰ ਬਣਿਆ ਹੋਇਆ ਵਾ, ਡਿਗਰੀਆਂ ਵਾਲੇ ਬੰਦੇ ਉਹ ਵਿਚਾਰੇ 2000 ਵੀ ਨਹੀਂ ਕਮਾਇਆ ਜਾ ਰਿਹਾ ਹੈਗਾ। ਸੋ ਇਹਦੇ 'ਚ ਫਰਕ ਕੀ ਆ? ਇਹੀ ਅਸੀਂ ਫਿਰ ਗ੍ਰਹਿਾਂ ਨੂੰ ਐਨਾਲਿਸਿਸ ਕਰਕੇ ਦੇਖਦੇ ਆ ਕਿ ਸਾਡੇ 'ਚ ਕਿਹੜੀ ਕਮੀ ਬਣਦੀ ਆ ਜਾਂ ਸਾਡੇ 'ਚ ਕਿਹੜੀ ਚੀਜ਼ ਦੀ ਮਤਲਬ ਕਮੀ ਦਾ ਪ੍ਰਭਾਵ ਪੈ ਰਿਹਾ ਵਾ, ਕਿਹੜੇ ਪਲੈਨਟ ਦਾ ਸਾਡੇ ਤੇ ਪੋਜ਼ਿਟਿਵ ਜਾਂ ਨੈਗੇਟਿਵ ਇਫੈਕਟ ਪੈ ਰਿਹਾ ਵਾ ਕਿ ਸਾਡੇ ਤੋਂ ਨਹੀਂ ਹੋ ਰਿਹਾ, ਦੂਜੇ ਤੋਂ ਕਿਉਂ ਹੋ ਰਿਹਾ ਵਾ। ਸੋ ਬਿਲਕੁਲ ਇਹ ਚੀਜ਼ ਦਾ ਪ੍ਰਭਾਵ ਹੁੰਦਾ ਵਾ। ਜੇ ਕੋਈ ਚੀਜ਼ ਸਾਨੂੰ ਮਿਲੀ ਆ, ਇਹ ਸਾਇੰਸ ਆ। ਇਹ ਮਤਲਬ ਪਲੈਨਟਸ ਦਾ ਅਸੀਂ ਮਤਲਬ ਜੇ ਕਿਸੇ ਕੋਲ ਟੈਲੀਸਕੋਪ ਆ ਦੇਖ ਸਕਦਾ ਵਾ ਆਰਾਮ ਨਾਲ ਚੀਜ਼ ਨੂੰ, ਪ੍ਰਭਾਵ ਪੈ ਰਿਹਾ ਵਾ, ਚੰਦਰਮਾ ਦਾ ਪ੍ਰਭਾਵ ਪੈ ਰਿਹਾ ਹੈਗਾ ਵਾ। ਸੋ ਇਹ ਚੀਜ਼ ਤਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੇ ਕਿਸੇ ਦੇ ਭਲੇ ਲਈ ਕੋਈ ਚੀਜ਼ ਹੋ ਰਹੀ ਹੈਗੀ ਆ। ਦੂਜੀ ਗੱਲ ਮੈਂ ਇਹ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਜਦੋਂ ਆਪਾਂ ਐਸਟ੍ਰੋਲੋਜੀ ਦੀ ਗੱਲ ਕਰ ਰਹੇ ਹਾਂ ਤਾਂ ਜਿਹੜਾ ਬੰਦਾ ਮਤਲਬ ਪੀੜਤ ਹੈ ਉਹਨੂੰ ਉਹਦੇ ਵਿੱਚ ਬਿਲੀਵ ਹੋਣਾ ਚਾਹੀਦਾ ਤਾਂ ਉਹ ਕੰਮ ਕਰੂਗੀ, ਜਾਂ ਫਿਰ ਅਸੀਂ ਮਤਲਬ ਰੈਂਡਮਲੀ ਉਹਦੇ ਉੱਤੇ ਮਤਲਬ ਇੱਕ ਉਹਦੇ ਜਿੱਦਾਂ ਤੁਸੀਂ ਕਿਹਾ ਰੈਮੇਡੀ ਕਿਸੇ ਹੋਰ ਨੇ ਮਤਲਬ ਕਰਤੀ ਆ ਹੋਰ ਉਹ ਕੰਮ ਕਰੂਗੀ ਉਸ ਤੇ, ਜਾਂ ਉਹਦਾ ਬਿਲੀਵ ਹੋਣਾ ਬਹੁਤ ਜ਼ਰੂਰੀ ਉਹਦੇ ਵਿੱਚ, ਅੱਧੇ ਮਨੋਂ ਕਰਤੀ। ਯੈਸ ਆਈ ਅੰਡਰਸਟੈਂਡ। ਪਲੇਸਬੋ ਇਹਨੂੰ ਕਹਿੰਦੇ ਆ ਅਸਲ ਦੇ ਵਿੱਚ, ਜਿਹੜਾ ਤੁਸੀਂ ਕਹਿ ਰਹੇ ਹੋ। ਦੇਖੋ ਜੇ ਤਾਂ ਉਹਦੇ 'ਚ ਇੱਕ ਨਾ ਸਾਡੇ ਕਹਿ ਲਓ ਬਜ਼ੁਰਗਾਂ ਨੇ ਵੀ ਗੱਲ ਕਹੀ ਆ, ਕਹਿ ਲਓ ਸਾਡੇ ਜਿਹੜੇ ਵੱਡੇ ਸਾਡੇ ਭਗਵਾਨ ਨੇ ਉਹਨਾਂ ਨੇ ਵੀ ਗੱਲ ਕਹੀ ਆ ਵੀ ਜੇ ਤਾਂ ਮੰਨ ਲਓਗੇ ਤਾਂ ਰੱਬ ਹੈਗਾ ਵਾ, ਨਹੀਂ ਮੰਨੋਗੇ ਤਾਂ ਕੱਖ ਵੀ ਨਹੀਂ ਹੈਗਾ। ਜੇ ਮੰਨ ਲਓਗੇ ਤਾਂ ਪੱਥਰ 'ਚ ਵੀ ਰੱਬ ਹੈਗਾ ਵਾ, ਨਹੀਂ ਹੈਗਾ ਤਾਂ ਕਿਤੇ ਵੀ ਨਹੀਂ ਹੈਗਾ। ਜੇ ਤੁਹਾਡਾ ਵਿਸ਼ਵਾਸ ਹੈਗਾ ਵਾ ਤਾਂ ਬਿਲਕੁਲ ਚੀਜ਼ਾਂ ਹੋਣਗੀਆਂ, ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਲਾਈਫ ਦੇ ਵਿੱਚ। ਦੁਨੀਆ 'ਚ ਕੋਈ ਵੀ ਚੀਜ਼ ਪ੍ਰਤੱਖ ਨਹੀਂ ਹੈਗੀ। ਮਤਲਬ ਕੋਈ ਵੀ ਚੀਜ਼ ਗਤੀ ਤੇ ਵਿਕਾਸ ਕੁਦਰਤ ਦਾ ਨਿਯਮ ਹੈ ਅਸਲ ਦੇ ਵਿੱਚ। ਚੀਜ਼ਾਂ ਨਿਰੰਤਰ ਚੇਂਜ ਹੋਈ ਜਾ ਰਹੀਆਂ ਸਾਡੀਆਂ, ਕੋਈ ਵੀ ਚੀਜ਼ ਸਟੇਬਲ ਨਹੀਂ ਹੈਗੀ। ਸਾਇੰਸ ਵੀ ਇਹ ਚੀਜ਼ ਮੰਨਦੀ ਆ ਕਿ ਜਿਹੜੀ ਚੀਜ਼ ਅੱਜ ਤੋਂ 50 ਸਾਲ ਪਹਿਲਾਂ ਉਹ ਮੰਨਦੇ ਸੀਗੇ ਕਿ ਲਾਅ ਆ, ਪਰ ਉਹ ਅੱਜ ਨਹੀਂ ਹੈ ਉਹ ਚੀਜ਼ ਹੈਗੀ, ਕਿਉਂਕਿ ਚੀਜ਼ਾਂ ਨਿਰੰਤਰ ਚੇਂਜ ਹੋਈ ਜਾ ਰਹੀਆਂ। ਸੋ ਸਾਨੂੰ ਕਿਤੇ ਨਾ ਕਿਤੇ ਸਟੇਬਲ ਹੋਣਾ ਪੈਣਾ, ਮੰਨਣਾ ਪੈਣਾ ਕਿਸੇ ਨਾ ਕਿਸੇ ਚੀਜ਼ ਨੂੰ ਕਿ ਆਹ ਚੀਜ਼ ਪ੍ਰਤੱਖ ਆ। ਦੇਖੋ ਮੰਨਣ ਨੂੰ ਆਪਾਂ ਕਹਿ ਸਕਦੇ ਰੱਬ ਹੈਗਾ ਵਾ, ਮੰਨਣ ਨੂੰ ਇਹ ਵੀ ਕਹਿ ਸਕਦੇ ਲੈ ਦਿਖਾ ਕਿੱਥੇ ਆ। ਬਿਲਕੁਲ। ਸੋ ਦੋਨੇ ਵਿਊ ਚ ਆਪਣੇ ਆਪ ਦੇ ਵਿੱਚ ਖੜੇ ਨੇ। ਜਿਹੜਾ ਮੰਨਣ ਵਾਲਾ ਉਹ ਵੀ ਕਹਿੰਦਾ ਠੀਕ ਆ, ਜਿਹੜਾ ਨਹੀਂ ਮੰਨਣ ਵਾਲਾ ਉਹ ਵੀ ਠੀਕ ਹੈਗਾ। ਸੋ ਬਿਲਕੁਲ ਵਿਸ਼ਵਾਸ ਹੋਣਾ ਚਾਹੀਦਾ। ਦਵਾਈਆਂ ਵਾਲੀ ਕੰਪਨੀਆਂ ਵੀ ਇਹੀ ਕਰਦੀਆਂ ਨੇ। ਵੈਸੇ ਤੁਸੀਂ ਰਿਸਰਚ ਜਾ ਕੇ ਗੂਗਲ ਤੇ ਪੜ੍ਹ ਲਓ ਜਾ ਕੇ, ਉਹ ਕੀ ਕਰਦਾ ਜਦੋਂ ਵੀ ਕੋਈ ਨਵੀਂ ਦਵਾਈ ਲਾਂਚ ਹੁੰਦੀ ਆ ਜਾਂ ਕਿ ਕੋਈ ਵੀ ਮਤਲਬ ਐਲੋਪੈਥੀ ਦੀ ਦਵਾਈ ਹੁੰਦੀ ਆ, ਉਹਦਾ ਸਭ ਤੋਂ ਪਹਿਲਾਂ ਉਹਨੂੰ ਪਲੇਸਬੋ ਕਹਿੰਦੇ ਨੇ ਕਿ ਅੱਧੇ ਬੰਦਿਆਂ ਨੂੰ ਜਿਹੜੀ ਦਵਾਈ ਦਿੱਤੀ ਜਾਂਦੀ ਆ ਅਸਲੀ ਦਵਾਈ ਦਿੱਤੀ ਜਾਂਦੀ ਆ, ਅੱਧੇ ਬੰਦਿਆਂ ਨੂੰ ਪਾਣੀ ਵਾਲੀ ਦਵਾਈ ਦਿੱਤੀ ਜਾਂਦੀ ਆ। ਟੈਸਟਿੰਗ ਤੇ ਉਹਦੇ ਚ ਕੀ ਆ, ਜਿਹੜੇ ਬੰਦੇ ਤੇ ਦੱਸਿਆ ਨਹੀਂ ਜਾਂਦਾ ਕਿਸੇ ਨੂੰ ਕਿ ਕਿਹੜੇ ਨੂੰ ਅਸਲੀ ਦਵਾਈ ਦਿੱਤੀ ਜਾ ਰਹੀ ਹੈ, ਕਿਹੜੇ ਨੂੰ ਨਕਲੀ ਦਵਾਈ ਦਿੱਤੀ ਜਾ ਰਹੀ ਹੈ। ਤੇ ਇਹਦੇ ਚ ਦੇਖਣ ਵਾਲੀ ਗੱਲ ਆ ਕਿ ਜਿਨ੍ਹਾਂ ਨੂੰ ਦਵਾਈ ਨਹੀਂ ਵੀ ਦਿੱਤੀ ਜਾਂਦੀ ਉਹਨਾਂ ਨੂੰ ਵੀ ਇਫੈਕਟ ਮਿਲ ਜਾਂਦਾ ਵਾ। ਦੇਖੋ ਜਦੋਂ ਸਾਡਾ ਜਿਹੜਾ ਵਿਸ਼ਵਾਸ ਆ ਨਾ, ਜਿਹੜਾ ਸਾਡਾ ਮਾਨਸਿਕ ਆ, ਜਿਹੜਾ ਸਾਡਾ ਮਨ ਆ, ਇਟ ਇਜ਼ ਵੈਰੀ ਸਟਰੋਂਗ। ਜਦੋਂ ਅਸੀਂ ਕਿਸੇ ਚੀਜ਼ ਤੇ ਬਿਲੀਵ ਕਰਦੇ ਆ, ਇਟ ਆਟੋਮੈਟਿਕਲੀ ਸਟਾਰਟ ਮੈਨੀਫੈਸਟਿੰਗ ਦਾ ਥਿੰਗਸ। ਆਟੋਮੈਟਿਕਲੀ ਉਹਨਾਂ ਚੀਜ਼ਾਂ ਨੂੰ ਮੈਨੀਫੈਸਟ ਕਰਨਾ ਸ਼ੁਰੂ। ਜਦੋਂ ਅਸੀਂ ਕਿਸੇ ਚੀਜ਼ ਨੂੰ ਨਾ ਕਰਦੇ
ਦਿੰਦੇ ਆ ਨਾ, ਆਟੋਮੈਟਿਕਲੀ ਉਹ ਚੀਜ਼ਾਂ ਡਿਨਾਇਲ ਵੱਲ ਤੁਰ ਜਾਂਦੀਆਂ। ਕੁਦਰਤ ਜਿਹੜੀ ਆ ਬੜੀ ਬੇਅੰਤ ਹੈਗੀ ਆ। ਜਦੋਂ ਅਸੀਂ ਕਿਸੇ ਚੀਜ਼ ਤੇ ਵਿਸ਼ਵਾਸ ਕਰਦੇ ਆ, ਵਿਸ਼ਵਾਸ ਨਾਲ ਕਿਸੇ ਚੀਜ਼ ਨੂੰ ਕਰਦੇ ਆ, ਉਹ 100% ਹੁੰਦੀ ਆ। ਬਾਕੀ ਜੇ ਨਹੀਂ ਮੰਨਦੇ ਹੈਗੇ ਤਾਂ ਫਿਰ ਕੋਈ ਵੀ ਚੀਜ਼ ਨਹੀਂ ਹੈਗੀ, ਫਿਰ ਤਾਂ ਕਹ ਲਓ ਕਿਸੇ ਵੀ ਚੀਜ਼ ਨੂੰ ਡਿਨਾਈ ਕੀਤਾ ਜਾ ਸਕਦਾ। ਤਾਂ ਐਸਟ੍ਰੋਲੋਜੀ ਜੇ ਕਿਸੇ ਨੇ ਵੀ ਕਰਨੀ ਆ, ਪਹਿਲਾਂ ਤਾਂ ਉਹਦਾ ਵਿਸ਼ਵਾਸ ਹੋਣਾ ਚਾਹੀਦਾ ਕਿ ਯੈਸ ਆਈ ਐਮ ਡੂਇੰਗ ਇਟ ਐਂਡ ਇਟ ਵਿਲ ਵਰਕ ਇਟ ਔਨ। ਬਾਕੀ ਇਹ 100% ਰਿਜ਼ਲਟ ਮਿਲਦਾ ਹੈਗਾ ਵਾ। ਬਿਲਕੁਲ ਤੁਹਾਡੇ ਕਹਿਣ ਦਾ ਮਤਲਬ ਹੈ ਜੇ ਅਸੀਂ ਐਸਟ੍ਰੋਲੋਜੀ ਦੇ ਥਰੂ ਆਪਣੇ ਫਿਊਚਰ ਨੂੰ ਦੇਖੀਏ ਤਾਂ ਉਹਦੇ ਉੱਤੇ ਬਲੀਵ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਲੀਵ, ਹਰੇਕ ਚੀਜ਼ ਤੇ ਬਲੀਵ ਤਾਂ ਕਹ ਲਓ ਵੀ ਰੱਬ ਤੇ ਵੀ ਹੋਣਾ ਚਾਹੀਦਾ ਵਾ। ਜੇ ਤੁਹਾਨੂੰ ਰੱਬ ਤੇ ਵੀ, ਕਿਸੇ ਵੀ ਧਰਮ ਤੇ, ਇਕੱਲੇ ਐਸਟ੍ਰੋਲੋਜੀ ਤੇ ਨਹੀਂ, ਮੈਂ ਕਹਿੰਦਾ ਦੁਨੀਆ ਤੇ ਕਿਸੇ ਵੀ ਚੀਜ਼ ਤੇ ਤੁਸੀਂ ਮੰਨ ਲਓ, ਮਤਲਬ ਜੇ ਤੁਹਾਨੂੰ ਬਲੀਵ ਨਹੀਂ ਹੈਗਾ ਤਾਂ ਕੋਈ ਵੀ ਚੀਜ਼ ਵਰਕਆਊਟ ਨਹੀਂ ਹੋਊਗੀ। ਕਿਉਂਕਿ ਤੁਹਾਡੇ ਮਨ ਨੇ ਜਿਹੜਾ ਸਾਈਕੋਲੋਜੀਕਲ ਸਾਡਾ ਸਿਸਟਮ ਇਦਾਂ ਦਾ ਬਣਿਆ ਹੋਇਆ, ਇਹ ਆਟੋਮੈਟਿਕਲੀ ਉਸ ਚੀਜ਼ ਨੂੰ ਡਿਨਾਈ ਕਰਦਾ ਹੈ। ਸਾਈਕੋਲੋਜੀਕਲ ਸਿਸਟਮ ਆ, ਹਿਊਮਨ ਸਾਈਕੋਲੋਜੀ ਕਹਿੰਦੇ ਆ ਇਹਨੂੰ। ਇਹ ਉਸ ਚੀਜ਼ ਨੂੰ ਡਿਨਾਇਲ ਮੂਡ ਤੇ ਲਿਆਉਂਦਾ ਵਾ। ਜੇ ਤੁਹਾਡੇ ਮਨ ਨੇ ਉਸ ਚੀਜ਼ ਨੂੰ ਐਕਸੈਪਟ ਕਰਤਾ ਤਾਂ ਠੀਕ ਆ, ਜੇ ਨਹੀਂ ਐਕਸੈਪਟ ਕੀਤਾ ਉਹਨੂੰ ਡਿਨਾਈ ਕਰ ਦੂਗਾ। ਇੱਕ ਕੋਏ ਹੋਇਆ ਵਾ, ਇੱਕ ਬਹੁਤ ਵੱਡਾ ਇੱਕ ਫਿਜ਼ਿਸਿਸਟ ਹੋਇਆ ਸੀਗਾ, ਉਹ ਨਾ ਦਵਾਈਆਂ ਦਾ ਮਤਲਬ ਅੱਧੇ ਲੋਕਾਂ ਦਾ ਮਤਲਬ ਇਲਾਜ ਹੀ ਇਦਾਂ ਕਰਦਾ ਸੀਗਾ ਕਿ ਲੋਕਾਂ ਨੂੰ ਨਾ ਖੂਹ ਚੋਂ ਪਾਣੀ ਦੇ ਕੇ ਦੇਈ ਜਾਂਦਾ ਸੀਗਾ ਤੇ ਉਹਨਾਂ ਨੂੰ ਇਹ ਕਹਿੰਦਾ ਸੀਗਾ ਕਿ ਇਹ ਮੂੰਹ ਚੋਂ ਕਹੀ ਚਲੋ ਬਾਰ-ਬਾਰ ਕਿ ਮੈਂ ਠੀਕ ਹੋ ਜਾਊਂਗਾ, ਮੈਂ ਠੀਕ ਹੋ ਜਾਊਂਗਾ, ਮੈਂ ਠੀਕ ਹੋ ਜਾਊਂਗਾ, ਤੇ ਲੋਕੀ ਮਜ਼ੇ ਦੀ ਗੱਲ ਆ ਠੀਕ ਹੋ ਜਾਂਦੇ ਹੁੰਦੇ ਸੀਗੇ। ਇਹ ਤੁਹਾਡਾ ਬਿਲੀਵ ਸਿਸਟਮ ਆ। ਤੁਹਾਨੂੰ ਦੁਨੀਆ 'ਚ ਕਿਸੇ ਵੀ ਚੀਜ਼ ਨੂੰ ਮੰਨਦੇ ਹੋ, ਚਾਹੇ ਕਿਸੇ ਧਰਮ ਨੂੰ ਮੰਨਦੇ ਹੋ, ਕਿਸੇ ਦਵਾਈ ਨੂੰ ਖਾਂਦੇ ਹੋ ਜਾਂ ਕੋਈ ਕਰਮ ਕਰਦੇ ਹੋ ਪਿਆ, ਤੁਹਾਨੂੰ ਉਹ ਤੇ ਬਿਲੀਵ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੀ ਚੀਜ਼ ਕਰਦੇ ਹੋ, ਜੇ ਨਹੀਂ ਬਿਲੀਵ ਕਰਦੇ ਤਾਂ ਉਹ ਚੀਜ਼ ਕਰਨ ਦੀ ਲੋੜ ਨਹੀਂ ਹੈਗੀ ਉਸ ਬੰਦੇ ਨੂੰ, ਕਿਉਂਕਿ ਤੁਸੀਂ ਅੱਧੀ ਚੀਜ਼ ਤਾਂ ਉੱਥੇ ਹੀ ਮਤਲਬ ਜ਼ੀਰੋ ਕਰ ਗਏ ਹੋ ਜਦੋਂ ਤੁਸੀਂ ਡਿਨਾਈ ਮੂਡ ਤੇ ਚਲੇ ਗਏ ਹੋ। ਤਾਂ ਬਿਲੀਵ ਜ਼ਰੂਰ ਹੋਣਾ ਚਾਹੀਦਾ ਉਸ ਬੰਦੇ ਨੂੰ। ਦੂਜੀ ਗੱਲ ਮੇਰੇ ਦਿਮਾਗ 'ਚ ਆ ਰਹੀ ਸੀ ਕਿ ਐਸਟ੍ਰੋਲੋਜੀ ਦਾ ਜਦੋਂ ਅਸੀਂ ਨਾਮ ਲੈਂਦੇ ਹਾਂ, ਗੱਲ ਕਰਦੇ ਹਾਂ, ਤਾਂ ਸਾਡੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਆਉਂਦਾ ਕਿ ਹਿੰਦੂ ਧਰਮ ਨਾਲ ਰਿਲੇਟਡ ਹੈ। ਕੀ ਇਹ ਹਿੰਦੂ ਧਰਮ ਨਾਲ ਰਿਲੇਟਡ ਹੈ ਜਾਂ ਹੋਰ ਵੀ ਧਰਮਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੈਗੀ ਹੈ? ਦੇਖੋ ਐਸਟ੍ਰੋਲੋਜੀ ਦਾ ਕਿਸੇ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਦੇਖੋ ਗ੍ਰਹਿ ਜਿਹੜੇ ਉੱਪਰ ਤੁਰੇ, ਹੈਵਨਲੀ ਬਾਡੀਜ਼ ਕਹਿੰਦੇ ਇਹਨਾਂ ਨੂੰ, ਇਹਨਾਂ ਦੇ ਉੱਤੇ ਕਦੇ ਕਿਸੇ ਨੇ ਕੋਈ ਧਰਮ, ਇਹਨਾਂ ਨੂੰ ਤਾਂ ਪਤਾ ਨਹੀਂ, ਕਿਉਂਕਿ ਇਹ ਤਾਂ ਹਜ਼ਾਰਾਂ ਸਾਲਾਂ ਤੋਂ, ਜਦੋਂ ਤੋਂ ਬਿੰਗ ਬੈਂਗ ਹੋਇਆ ਹੈ, ਜਦੋਂ ਤੋਂ ਕੁਦਰਤ ਸਾਜੀ ਗਈ ਆ, ਉਦੋਂ ਤਾਂ ਮਤਲਬ ਕਿਸੇ ਧਰਮ ਦਾ ਵੀ ਮਤਲਬ ਕੋਈ ਨਾਮ ਨਿਸ਼ਾਨ ਨਹੀਂ ਸੀਗਾ। ਇਹਨਾਂ ਨੂੰ ਤਾਂ ਪਤਾ ਨਹੀਂ ਹੈਗਾ ਕਿ ਕੋਈ ਹਿੰਦੂ ਆ, ਕੋਈ ਮੁਸਲਮਾਨ ਆ, ਕੋਈ ਸਿੱਖ ਆ, ਕੋਈ ਈਸਾਈ ਆ। ਅਸੀਂ ਵੀ, ਸਾਡੇ ਕੋਲ ਕਲਾਇੰਟ ਆਉਂਦੇ ਆ, ਕੋਈ ਸਾਡੇ ਕੋਲ ਸਾਰੀ ਤਰ੍ਹਾਂ ਦੇ ਕਲਾਇੰਟ ਆਉਂਦੇ, ਹਿੰਦੂ ਵੀ ਆਉਂਦਾ, ਸਿੱਖ ਵੀ ਆਉਂਦਾ, ਮੁਸਲਮ ਵੀ ਆਉਂਦਾ, ਈਸਾਈ ਵੀ ਆਉਂਦਾ। ਆ ਜੈਮਸਟੋਨ ਨੇ, ਹੁਣ ਜਿਹੜਾ ਜੈਮਸਟੋਨ ਧਰਤੀ 'ਚ ਹਜ਼ਾਰਾਂ ਸਾਲਾਂ ਤੋਂ ਬਣਿਆ ਪਿਆ, ਉਹਦਾ ਤਾਂ ਕੋਈ ਧਰਮ ਨਹੀਂ ਹੈਗਾ ਕਿ ਮੇਰਾ ਸਿੱਖ ਆ ਜਾਂ ਮੈਂ ਈਸਾਈ ਆ ਜਾਂ ਹਿੰਦੂ ਆ, ਉਹਨੂੰ ਤਾਂ ਪਤਾ ਨਹੀਂ ਹੈਗਾ। ਦੇਖੋ ਇਹ ਤਾਂ ਇੱਕ ਕੁਦਰਤੀ ਚੀਜ਼ ਹੈਗੀ ਆ। ਨੇਚਰ ਦੇ ਉੱਤੇ ਕੋਈ ਵੀ ਧਰਮ ਨਹੀਂ ਹੈਗਾ। ਜਿਹੜੀ ਕੁਦਰਤ ਆ, ਨੇਚਰ ਆ, ਉਹਦਾ ਕੋਈ ਧਰਮ ਨਹੀਂ ਹੈਗਾ। ਉਹ ਇੱਕ ਹੀ ਹੈਗੀ ਆ, ਉਹ ਰੱਬ ਆ, ਬਸ ਉਹ ਉਹਦੀ ਹੈਗੀ ਆ। ਤੇ ਇਹ ਰੱਬ ਦਾ ਫਿਨੋਮੀਨਾ ਚੱਲ ਰਿਹਾ ਹੈਗਾ ਵਾ। ਉਹਨੇ ਇੱਕ ਗ੍ਰਹਿਾਂ ਦੀ ਇੱਕ ਮਤਲਬ ਕਹਿ ਲਓ ਬਣਤਰ ਉਹਨੇ ਬਣਾਤੀ ਹੈਗੀ ਆ ਸਾਡੀ ਕੁਦਰਤ ਦੇ ਵਿੱਚ, ਜਿਹੜੀ ਇਨਸਾਨਾਂ ਨੂੰ ਰਿਜ਼ਲਟ ਦੇ ਰਹੀ ਆ। ਬਾਕੀ ਜਿਹੜੀਆਂ ਚੀਜ਼ਾਂ ਨੇ, ਜੈਮਸਟੋਨਸ ਹੋ ਗਿਆ ਜਾਂ ਉਪਾਅ ਹੋ ਗਏ, ਇਹ ਵੀ ਇੱਕ ਤਰੀਕੇ ਦਾ ਪ੍ਰਭਾਵ ਹੈਗਾ, ਇਹਨਾਂ ਦਾ ਮਟੀਰੀਅਲ ਦਾ ਪ੍ਰਭਾਵ ਹੈਗਾ, ਊਰਜਾ ਸ਼ਕਤੀ ਆ, ਉਸ ਤਰੀਕੇ ਨਾਲ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਵਾ। ਸੋ ਇਹਦਾ ਕੋਈ ਕਿਸੇ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਕਿ ਇਹ ਹਿੰਦੂਆਂ ਦੀ ਆ ਕਿ ਨੋ। ਗ੍ਰਹਿਾਂ ਨੂੰ ਕੀ ਪਤਾ ਕਿਹੜਾ ਗ੍ਰਹਿ ਵਾ, ਜਾਂ ਗ੍ਰਹਿ ਦਾ ਕਿਸੇ ਨੂੰ ਸੂਰਜ ਹੁਣ ਕਿਸੇ ਦਾ ਹੈਗਾ। ਸੂਰਜ ਤਾਂ ਮੁਸਲਮਾਨ ਲਈ ਵੀ ਓਨਾ ਹੀ ਚੜ੍ਹਦਾ ਵਾ, ਸਿੱਖ ਲਈ ਵੀ ਓਨਾ ਚੜ੍ਹਦਾ ਵਾ, ਹਿੰਦੂ ਲਈ ਵੀ ਓਨਾ ਚੜ੍ਹਦਾ, ਸਾਰਿਆਂ ਲਈ। ਉਹ ਐਡੀ ਕੋਈ ਮਤਲਬ ਮਾਤਰਾ ਨਾਲ ਨਹੀਂ ਚੜ੍ਹਦਾ ਹੈਗਾ ਵੀ ਮੈਂ ਹਿੰਦੂ ਨੂੰ ਘੱਟ ਦੇਣੀ ਆ ਜਾਂ ਮੁਸਲਮਾਨ ਨੂੰ ਘੱਟ ਦੇਣੀ ਆ, ਸਿੱਖ ਨੂੰ ਵੱਧ ਦੇਣੀ ਆ। ਨੋ, ਉਹਦਾ ਕੋਈ ਨਹੀਂ ਹੈਗਾ। ਇਹ ਐਸਟ੍ਰੋਲੋਜੀ ਸਾਰਿਆਂ ਦੇ ਲਈ ਹੈਗੀ ਆ। ਮਤਲਬ ਇਹ ਕਿਸੇ ਇੱਕ ਧਰਮ ਲਈ ਨਹੀਂ ਹੈਗੀ, ਇਹ ਐਵਰੀਬਡੀ ਲਈ ਹੈਗੀ ਆ। ਇਹ ਸਾਰਾ ਸਿਸਟਮ ਬਣਿਆ ਹੋਏਗਾ ਕਿਉਂਕਿ ਅੱਜ ਦਾ ਜਿਹੜਾ ਸਿਸਟਮ ਆ, ਮਾਡਰਨ ਸਿਸਟਮ ਆ, ਕੋਈ ਵੀ ਧਰਮ ਲਾ ਲਓ ਜਾਂ ਕੋਈ ਵੀ ਸਮਾਜ ਲਾ ਲਓ, ਸਾਰੇ ਬੰਦੇ ਐਸਟ੍ਰੋਲੋਜੀ ਕਰ ਰਹੇ ਨੇ। ਹਾਂ, ਉਹ ਆਪਣੇ ਆਪਣੇ ਤਰੀਕੇ ਨਾਲ ਕਰ ਰਹੇ ਹੋਣੇ, ਆਪਣੇ ਆਪਣੇ ਤਰੀਕਿਆਂ ਦੀ। ਜਿੱਦਾਂ ਵੈਸਟਰਨ ਐਸਟ੍ਰੋਲੋਜੀ ਆ, ਉਹਨਾਂ ਦਾ ਡਿਫਰੈਂਟ ਸਿਸਟਮ ਆ, ਉਹਨਾਂ ਦਾ ਸੋਲਰ ਸਿਸਟਮ ਤੇ ਹੈਗਾ ਵਾ। ਜਿੱਦਾਂ ਉਹ ਸਨ ਨੂੰ ਲੈ ਕੇ ਮਤਲਬ ਉਹ ਕਰਦੇ ਨੇ ਕਿ ਤੁਹਾਡਾ ਬਰਥ ਇਸ ਮੰਥ ਦੇ ਵਿੱਚ ਹੋਇਆ ਤਾਂ ਤੁਹਾਨੂੰ ਆਹ ਚੀਜ਼ਾਂ ਦਾ ਇਫੈਕਟ ਪਊਗਾ ਜਾਂ ਤੁਹਾਡੇ ਲਈ ਆਹ ਜੈਮਸਟੋਨਸ ਹੈਗੇ ਆ। ਜਿਹੜਾ ਆਪਾਂ ਸਿਸਟਮ ਕਹਿ ਲਓ ਵੈਦਿਕ ਸਿਸਟਮ ਐਸਟ੍ਰੋਲੋਜੀ ਦੇ ਲੈਨੇ ਆ, ਆਪਾਂ ਮੂਨ ਬੇਸਡ ਲੈਨੇ ਆ ਕਿ ਜਦੋਂ ਸਾਡਾ ਬਰਥ ਹੋਇਆ ਉਸ ਚਾਰਟ ਤੋਂ ਲੈਨੇ ਆ। ਹਾਂ, ਸਾਡਾ ਸਿਸਟਮ ਡਿਫਰੈਂਟ ਹੋ ਸਕਦਾ ਐਸਟ੍ਰੋਲੋਜੀ ਨੂੰ ਕਰਨ ਦਾ, ਪਰ ਐਸਟ੍ਰੋਲੋਜੀ ਸਾਰੀ ਦੁਨੀਆ ਕਰ ਰਹੀ ਹੈਗੀ ਆ। ਮਤਲਬ ਇਹ ਨਹੀਂ ਹੈਗਾ ਵੀ ਕਿਸੇ ਖਾਸ ਧਰਮ ਲਈ, ਐਵਰੀਬਾਡੀ ਇਜ਼ ਡੂਇੰਗ ਐਸਟ੍ਰੋਲੋਜੀ। ਓਕੇ, ਸੋ ਜਿੱਦਾਂ ਅਸੀਂ ਐਸਟ੍ਰੋਲੋਜੀ 'ਚ ਪ੍ਰੈਡਿਕਸ਼ਨਸ ਕਰਦੇ ਆ, ਉਹ ਕੀ 100% ਕਰੈਕਟ ਬੈਠਦੀਆਂ? ਤੇ ਜਿਹੜੇ ਰਿਜ਼ਲਟ ਨੇ, ਆਪਾਂ ਰਿਜ਼ਲਟ ਉਹਨਾਂ ਨੂੰ ਕਹਿੰਦੇ ਕਿ ਇਹ ਮੈਥਡ ਕਰ ਲਓ, ਇਹ ਤਰੀਕੇ ਕਰ ਲਓ, ਰੈਮਡੀਜ਼ ਕਰ ਲਓ, ਉਹ 100% ਬੈਠਦੇ ਨੇ? ਬਿਲਕੁਲ 100%, 100% ਨਹੀਂ, 200% ਹੋਊਗਾ ਸਹੀ, ਜੇ ਉਹਦਾ ਟਾਈਮ ਆਫ ਬਰਥ ਸਹੀ ਹੋਵੇ। ਕਿਉਂਕਿ ਜਦੋਂ ਕੋਈ ਬੰਦਾ ਟਾਈਮ ਆਫ ਬਰਥ ਸਹੀ ਨਹੀਂ ਨਾ ਦਿੰਦਾ, ਦੈਟ ਇਜ਼ ਦਾ ਮੇਨ ਪ੍ਰੋਬਲਮ।
ਕਿਉਂਕਿ ਟਾਈਮ ਆਫ ਬਰਥ ਦੇਖੋ ਹੁਣ ਕਿਸੇ ਐਸਟ੍ਰੋਲੋਜਰ ਨੂੰ ਨਹੀਂ ਪਤਾ ਹੈਗਾ। ਮੈਂ ਤੁਹਾਨੂੰ ਸਾਫ਼ ਦੱਸਦਾ ਵਾਂ, ਇਹ ਕੋਈ ਇਦਾਂ ਦੀ ਨਹੀਂ ਹੈਗੀ ਕਿ ਅੱਖਾਂ ਬੰਦ ਕੀਤੀਆਂ ਤੇ ਜੀ ਬਾਬਾ ਜੀ ਨੇ ਹੱਥ ਖੜਾ ਕਰਨਾ ਵਾ ਤੇ ਠੀਕ ਹੋ ਜਾਊਗਾ। ਨੋ, ਇਟ ਇਜ਼ ਨਾਟ ਦੈਟ। ਇਟ ਇਜ਼ ਪਿਓਰਲੀ ਅ ਸਟੱਡੀ। ਮੈਂ ਪੂਰੀ ਪੜ੍ਹਾਈ ਕੀਤੀ ਆ, ਪੜ੍ਹਾਈ ਕਰਕੇ ਉਸ ਚੀਜ਼ ਨੂੰ ਸਟੱਡੀ ਕਰ ਰਹੇ। ਆਰਟ ਹੈਗੀ ਆ ਇਹ ਇੱਕ ਚੀਜ਼, ਉਸ ਨੂੰ ਮਤਲਬ ਪਰਫਾਰਮ ਕੀਤਾ ਜਾਂਦਾ ਹੈਗਾ, ਉਸ ਤਰੀਕੇ ਨਾਲ ਅਸੀਂ ਉਸ ਚੀਜ਼ ਦੀ ਪ੍ਰੈਡਿਕਸ਼ਨ ਕਰਦੇ ਹਾਂ। ਜੇ ਤਾਂ ਤੁਹਾਡਾ ਟਾਈਮ ਆਫ ਬਰਥ ਬਿਲਕੁਲ ਐਕੂਰੇਟ ਆ, ਪਲੈਨਟ ਦਾ ਰਿਜ਼ਲਟ ਵੀ 100% ਐਕੂਰੇਟ ਹੈਗਾ ਵਾ, ਕਿਉਂਕਿ ਇਹ ਤੁਸੀਂ ਕਿਸੇ ਤੋਂ ਕੋਈ ਚੀਜ਼ ਲੈਣੀ ਨਹੀਂ ਹੈਗੀ ਨਾ ਦੇਣੀ ਹੈ, ਤੁਹਾਡੀ ਆਪਣੀ ਚੀਜ਼ ਆ। ਇਹ ਤੁਹਾਡਾ ਬਰਥ ਹੀ ਇਸ ਚੀਜ਼ ਦੇ ਨਾਲ ਹੋਇਆ ਵਾ। ਸਨ ਦਾ ਜਦੋਂ ਜਨਮ ਹੋਇਆ ਵਾ, ਸਨ ਨੇ ਜਦੋਂ ਰਾਈਜ਼ਿੰਗ ਸਾਈਨ ਹੋਇਆ ਵਾ, ਜਦੋਂ ਜਿਹੜਾ ਗ੍ਰਹਿ ਬੈਠ ਗਿਆ ਤਾਂ ਬੈਠ ਗਿਆ ਵਾ। ਜੇ ਤੁਹਾਡੇ ਕੋਲ ਐਗਜ਼ਾਲਟਡ ਸਨ ਹੈਗਾ ਵਾ ਤਾਂ ਹੈਗਾ ਆ, ਤੁਹਾਡਾ ਕਰਮਾਂ ਦੇ ਨਾਲ ਜੁੜਿਆ ਹੋਇਆ। ਤੁਹਾਡੇ ਕਰਮ ਖੋ ਹੀ ਨਹੀਂ ਸਕਦਾ ਕੋਈ ਕਿਸੇ ਤੋਂ ਤੁਹਾਡੇ ਤੋਂ। ਜੇ ਤੁਹਾਡਾ ਸ਼ੁਕਰ ਉੱਚ ਦਾ ਵਾ ਤਾਂ ਉੱਚ ਦਾ ਹੈਗਾ ਵਾ, ਕੋਈ ਕਿਸੇ ਤੋਂ ਲੈ ਹੀ ਨਹੀਂ ਸਕਦਾ ਉਹ ਚੀਜ਼। ਸੋ ਇਹ ਬਾਏ ਬਰਥ ਆ। ਜੇ ਰਿਜ਼ਲਟ ਵੀ ਹੈਗਾ ਵਾ, ਰਿਜ਼ਲਟ ਵੀ ਇਨਸਾਨ ਆਪਣੇ ਆਪ ਦੇ ਵਿੱਚ ਲੈਂਦਾ ਵਾ। ਠੀਕ ਆ, ਅਸੀਂ ਕੋਈ ਰੈਮੇਡੀ ਕਰਦੇ ਆ, ਪਰ ਅੱਧਾ ਰਿਜ਼ਲਟ ਬੰਦਾ ਸੇਮ ਉੱਥੇ ਬਲੀਵ ਸਿਸਟਮ ਆ ਜਾਂਦਾ। ਬੰਦੇ ਨੂੰ ਜੇ ਬਲੀਵ ਹੈਗਾ ਵਾ ਨਾ ਕਿ ਮੈਨੂੰ ਰਿਜ਼ਲਟ ਆਊਗਾ ਤਾਂ ਉਸ ਨੂੰ 100% ਰਿਜ਼ਲਟ ਆ ਜਾਣਾ ਵਾ। ਪਰ ਜੇ ਬੰਦੇ ਨੇ ਵਿੱਚ ਦਿਮਾਗ 'ਚ ਪਿੱਛੇ ਮੂੰਹ ਤੋਂ ਤਾਂ ਕਹੀ ਜਾਂਦਾ ਕਰ ਲਾਂਗੇ ਜੀ, ਹੋ ਜਾਊਗਾ ਜੀ, ਮੈਂ ਇੱਕ ਵਾਰੀ ਉਪਾਅ ਕਰ ਲਿਆ ਸੀ ਜੀ, ਫਿਰ ਮੈਂ ਇੱਕ ਵਾਰੀ ਛੱਡਤਾ ਸੀ ਜੀ, ਨੋ, ਉਹਦਾ ਨਹੀਂ। 100% ਹੋ ਕੇ ਜਿਹੜੀ ਚੀਜ਼ ਐਸਟ੍ਰੋਲੋਜਰ ਤੁਹਾਨੂੰ ਕੋਈ ਕਹਿ ਰਿਹਾ ਉਹਨੂੰ 100% ਕਰੋ, ਕਿਉਂਕਿ ਤੁਸੀਂ ਸਿਰਫ ਇੱਕ ਵਾਰੀ ਕਰ ਰਹੇ ਹੋ। ਅਸੀਂ 20,000 ਵਾਰੀ ਉਹ ਚੀਜ਼ ਪਰਫਾਰਮ ਕਰਕੇ ਦੇਖੀ ਹੋਈ ਹੈ ਜਿਹੜੀ ਵਰਕਆਊਟ ਹੋ ਰਹੀ ਆ। ਸੋ ਉਹ ਚੀਜ਼ ਨੂੰ ਜੇ ਤੁਸੀਂ ਪ੍ਰੋਪਰਲੀ ਡੈਡੀਕੇਟ ਹੋ ਕੇ ਕਰ ਰਹੇ ਹੋ, 100% ਕਰ ਰਹੇ ਹੋ, ਉਹਦਾ ਰਿਜ਼ਲਟ ਆਊਗਾ। ਹਾਂ, ਹੋ ਸਕਦਾ ਹਫਤੇ ਬਾਅਦ ਆਵੇ, ਹੋ ਸਕਦਾ 10 ਦਿਨ ਲੇਟ ਆ ਜਾਵੇ, ਪਰ ਰਿਜ਼ਲਟ ਆਊਗਾ ਜ਼ਰੂਰ। ਸੋ 100% ਰਿਜ਼ਲਟ ਵਾਸਤੇ 100% ਡੈਡੀਕੇਸ਼ਨ ਜ਼ਰੂਰੀ ਹੈ। ਡੈਡੀਕੇਸ਼ਨ ਮੇਨ ਬੰਦੇ ਦੀ ਖੁਦ ਦੀ ਓਨ ਦੀ ਡੈਡੀਕੇਸ਼ਨ ਦੀ ਗੱਲ ਹੈਗੀ ਆ ਕਿ ਉਹ ਆਪ ਕਿੰਨਾ ਡੈਡੀਕੇਟ ਆ। ਹੁੰਦਾ ਕੀ ਆ, ਬੰਦੇ ਆਪ ਹੀ ਡੈਡੀਕੇਟ ਨਹੀਂ ਹੁੰਦੇ। ਕਿਸੇ ਨੂੰ ਪੁੱਛ ਲਓ ਰੈਮੇਡੀ ਕੀਤੀ ਸੀ, ਹਾਂਜੀ ਸਾਰੀਆਂ ਕੀਤੀਆਂ ਸੀ। ਅੱਛਾ, ਫਿਰ ਜੈਮਸਟੋਨ ਪਾ ਲਿਆ ਸੀ? ਨਹੀਂ, ਉਹ ਤਾਂ ਨਹੀਂ ਮੈਂ ਪਾਇਆ ਸੀਗਾ ਜੀ। ਅੱਛਾ, ਫਿਰ ਉਪਾਅ ਜਿਹੜੇ ਕਹੇ ਸੀਗੇ ਕਰ ਲਏ ਸੀਗੇ 16 ਵਾਰੀ ਕਿ ਨਹੀਂ, ਮੈਂ ਪਹਿਲਾ ਭੁੱਲ ਗਿਆ ਸੀਗਾ ਜੀ, ਦੂਜਾ ਫਿਰ ਮੰਮੀ ਕਰੇ ਆਈ ਸੀਗੀ, ਫਿਰ ਮੇਰੇ ਤੋਂ ਜਾ ਨਹੀਂ ਹੋਇਆ। ਫਿਰ ਕੀਤਾ ਕੀ? ਸੋ ਕਰਨਾ ਆਪ ਨਹੀਂ, ਕਹਿ ਲੋ ਕੀਤਾ, ਦੋਸ਼ ਦੂਜੇ ਨੂੰ ਕਹਿਣਾ। ਅਸਲ ਦੇ ਵਿੱਚ ਦੇਖੋ, ਜਾਂਦਾ ਕਿਸੇ ਦਾ ਕੁਝ ਨਹੀਂ ਹੈਗਾ। ਗੱਲ ਕੀ ਆ, ਤੁਸੀਂ ਆਪਣੇ ਆਪ ਨਾਲ ਟਰੂ ਹੋਵੋ ਪਹਿਲਾਂ। ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਤੁਹਾਨੂੰ ਰਿਜ਼ਲਟ ਮਿਲੂਗਾ, 100% ਮਿਲੂਗਾ। ਗੱਲ ਇਹ ਆ ਵੀ ਤੁਸੀਂ ਆਪਣੇ ਆਪ ਦੇ ਵਿੱਚ ਪਹਿਲਾਂ ਸੱਚੇ ਹੋ ਜਾਓ। ਤੁਹਾਨੂੰ ਕਿਸੇ ਨੇ ਰਿਜ਼ਲਟ ਨਹੀਂ ਦੇਣਾ, ਤੁਹਾਡੇ ਆਪ ਦੇ ਹੀ ਗ੍ਰਹਿ ਨੇ। ਅਸੀਂ ਤਾਂ ਸਿਰਫ ਉਸ ਦੀ ਟਿਊਨਿੰਗ ਕਰਨੀ ਆ। ਜਿੱਦਾਂ ਕਾਰ ਖੜੀ ਆ, ਤੇਲ ਪਿਆ ਹੋਇਆ, ਸਾਰਾ ਕੁਝ, ਅਸੀਂ ਤਾਂ ਟਿਊਨਿੰਗ ਕਰਨੀ ਆ। ਉਹ ਟਿਊਨਿੰਗ ਕੀਤੀ, ਉਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਣਾ ਵਾ। ਗੱਲ ਇਹ ਆ ਵੀ ਤੁਸੀਂ ਆਪ ਹੀ ਨਹੀਂ ਮਤਲਬ ਜ਼ੋਰ ਲਾਉਣਾ ਹੈਗਾ, ਤਾਂ ਉਹਦੇ 'ਚ ਫਰਕ ਕੀ ਆ? ਉਹ ਚੀਜ਼ ਸਿਰਫ ਉੱਥੇ ਕਮੀ ਬਣਦੀ ਆ ਜਦੋਂ ਅਸੀਂ ਮਤਲਬ ਬਿਲੀਵ ਨਹੀਂ ਕਰਦੇ। ਅਸੀਂ ਆਪਣਾ ਬਿਲੀਵ ਸਿਸਟਮ ਛੱਡ ਦਿੰਦੇ ਆ ਕਿ ਆਵੇ ਨਾ ਆਵੇ, ਪਤਾ ਨਹੀਂ, ਸ਼ਾਇਦ ਹੋਣਾ ਜਾਂ ਨਹੀਂ ਹੋਣਾ, ਇਦਾਂ ਦੀ ਗੱਲ ਕਰਤੀ, ਬਸ ਉੱਥੇ ਕੰਮ ਖਤਮ ਹੋ ਗਿਆ। ਹੁਣ ਜਿੱਦਾਂ ਕੋਈ ਸਟੂਡੈਂਟ ਹੈਗਾ ਵਾ ਜਿਹਨੂੰ ਆਪਦੇ ਆਪ ਤੇ ਯਕੀਨ ਹੀ ਨਹੀਂ ਹੈਗਾ ਕਿ ਮੈਂ ਪਾਸ ਹੋ ਜਾਊਂ, ਕਿੱਥੋਂ ਪਾਸ ਹੋ ਜਾਊਗਾ? ਤੇ ਜਿਹਨੂੰ ਪਤਾ ਵਾ ਕਿ ਵੀ ਮੈਂ ਪੜ੍ਹਿਆ ਵਾ ਤਾਂ ਪਾਸ ਹੋਊਗਾ, ਉਹਨੂੰ ਕੋਈ ਫੇਲ ਨਹੀਂ ਕਰਾ ਸਕਦਾ ਉਹ ਚੀਜ਼ ਤੇ। ਸੋ ਇਸੇ ਤਰੀਕੇ ਨਾਲ ਜੇ ਤੁਹਾਨੂੰ ਵਿਸ਼ਵਾਸ ਆ ਕਿ ਵੀ ਤੁਸੀਂ ਜੇ ਰੈਮੇਡੀਜ਼ ਕੀਤੀਆਂ, ਮੈਨੂੰ ਰਿਜ਼ਲਟ ਆਊਗਾ, ਬਿਲਕੁਲ ਰਿਜ਼ਲਟ ਆਊਗਾ। ਬਿਲਕੁਲ, ਇਹ ਬੜੀ ਵਧੀਆ ਐਗਜ਼ਾਮਪਲ ਦਿੱਤੀ ਹੈ ਤੁਸੀਂ ਕਿ ਜੇ ਤੁਸੀਂ ਉਸ ਚੀਜ਼ ਵਾਸਤੇ ਪ੍ਰਿਪੇਅਰ ਹੁੰਦੇ ਹੋ, ਡੈਡੀਕੇਟਿਡ ਹੁੰਦੇ, ਤਾਂ ਉਹਦਾ ਰਿਜ਼ਲਟ ਆਊਗਾ। ਇਹ ਕਿਸੇ ਨੇ ਨਹੀਂ ਦਿੱਤਾ, ਇਹ ਤਾਂ ਮਾਲਕ ਨੇ ਲਿਖਿਆ ਹੋਇਆ ਵਾ। ਇਹ ਤਾਂ ਮਾਲਕ ਨੇ ਮਤਲਬ ਧੁਰੋਂ ਲਿਖੀ ਹੋਈ ਆ ਗੱਲ ਕਿ ਵੀ ਜਿਹੜੀ ਚੀਜ਼ ਤੁਸੀਂ, ਇਹ ਤਾਂ ਕਰਮਾਂ ਦੀ ਫਿਲਾਸਫੀ ਆ ਕਿ ਜਿਹੜਾ ਕਰਮ ਤੁਸੀਂ ਮਤਲਬ ਡੈਡੀਕੇਸ਼ਨ ਨਾਲ ਕਰਤਾ, ਉਹਦਾ ਰਿਜ਼ਲਟ ਮਿਲਣਾ ਹੀ ਮਿਲਣਾ ਵਾ। ਮਤਲਬ ਉਹਦੇ 'ਚ ਕੋਈ ਦੋ ਰਾਏ ਹੈ ਹੀ ਨਹੀਂ ਕਿ ਲਕੀਰ ਵੱਜੀ ਹੋਈ ਆ। ਜਿੱਦਾਂ ਅਸੀਂ ਹੁਣ ਰੈਮੇਡੀ ਕਰਦੇ ਆ, ਕਈ ਵਾਰੀ ਹੁਣ ਅਸੀਂ ਕਹਿੰਦੇ ਵੀ ਲਕੀਰ ਵੱਜੀ ਹੋਈ ਆ, ਮੇਰੇ ਕੋਲੇ ਨਾ ਦਾ ਮਤਲਬ ਹੀ ਨਹੀਂ ਹੈਗਾ, ਰਿਜ਼ਲਟ ਮਿਲਣਾ ਹੀ ਮਿਲਣਾ ਵਾ, ਕੋਈ ਨਾ ਹੈ ਹੀ ਨਹੀਂ ਗੀ। ਬਿਲਕੁਲ, ਇਹਦੇ ਕੀ ਮਤਲਬ ਹੈ ਵੀ ਨਹੀਂ ਮਿਲੂਗਾ ਜਾਂ ਨਹੀਂ ਹੋਣ ਦਾ ਕੋਈ ਮਤਲਬ ਨਹੀਂ। ਹੋਊਗਾ, ਰਿਜ਼ਲਟ ਕਿਉਂ ਨਹੀਂ ਹੋਊਗਾ? ਜੇ ਮਾਲਕ ਨੇ ਤੁਹਾਨੂੰ ਭੇਜਿਆ ਵਾ, ਕਿਸੇ ਦੇ ਦਰ ਤੇ ਭੇਜਿਆ, ਕਿਸੇ ਨੂੰ ਦਿਖਾ ਰਹੇ ਹੋ, ਕਿਸੇ ਦੀ ਗੱਲ ਕਰਕੇ ਭੇਜ ਰਹੇ ਹੋ, ਕੋਈ ਕਿਸੇ ਕੋਲ ਨਹੀਂ ਜਾਂਦਾ ਹੈਗਾ, ਕੋਈ ਕਿਸੇ ਕੋਲ ਆਉਂਦਾ ਨਹੀਂ ਹੈਗਾ। ਇਹ ਸਿਰਫ ਮਾਲਕ ਦੀ ਰਜ਼ਾ ਆ, ਉਹਦੇ ਕੋਲੇ ਬੰਦਾ ਪਹੁੰਚਦਾ ਆ, ਉਹਦੇ ਕੋਲੇ ਉਪਾਅ ਹੁੰਦੇ ਆ, ਉਹਦੇ ਕੋਲ ਹੀ ਰਿਜ਼ਲਟ ਆਉਂਦਾ ਵਾ। ਇਹ ਸਿਰਫ ਤੁਹਾਡੀ ਡੈਡੀਕੇਸ਼ਨ ਹੁੰਦੀ ਆ, ਤੁਹਾਡੀ ਡੈਡੀਕੇਸ਼ਨ ਹੋਣੀ ਚਾਹੀਦੀ ਆ, ਰਿਜ਼ਲਟ 100% ਮਿਲਦਾ ਹੈ ਉਸ ਬੰਦੇ ਨੂੰ। ਠੀਕ ਹੈ ਜੀ। ਕੱਲ ਮੈਂ ਐਕਚੁਅਲੀ ਇੰਟਰਨੈਟ ਦੇ ਉੱਤੇ ਰਿਸਰਚ ਕਰਦਾ ਸੀਗਾ, ਮੈਂ ਇਸ ਚੀਜ਼ ਬਾਰੇ ਦੇਖਿਆ, ਪੜ੍ਹਿਆ ਵੀ ਕਿ ਇੰਟਰਨੈਟ ਦੇ ਉੱਤੇ ਵੀ ਜਿੱਦਾਂ ਕੁੰਡਲੀ ਹੈਗੀ, ਉਹਦੇ ਵਿੱਚ ਤੁਸੀਂ ਆਪਣਾ ਡੇਟ ਆਫ ਬਰਥ, ਟਾਈਮ, ਇਹ ਸਭ ਪਾ ਦਿਓ, ਉਹ ਸਾਰੀ ਰੈਮੇਡੀ ਵੀ ਕਾਈਂਡ ਆਫ ਦੱਸ ਦਿੰਦੀ ਹੈ ਤੇ ਸਾਰਾ ਫਿਊਚਰ ਵੀ ਦੱਸਦੀ ਹੈ, ਮਤਲਬ ਕਿਵੇਂ ਦਾ ਰਹੇਗਾ ਬੰਦੇ ਦਾ, ਕਦੋਂ ਖਰਾਬ ਟਾਈਮ ਆਉਣਾ, ਕਦੋਂ ਮਾੜਾ ਠੀਕ ਵਧੀਆ ਟਾਈਮ ਸ਼ੁਰੂ ਹੋਣਾ ਉਹਦਾ। ਤੇ ਇਹਦੇ ਜੇ ਸਾਰਾ ਕੁਝ ਇੰਟਰਨੈਟ ਅੱਜ ਕੱਲ੍ਹ ਦੱਸ ਰਿਹਾ, ਫਿਰ
ਇਹਦੇ ਵਿੱਚ ਐਸਟ੍ਰੋਲੋਜਰ ਦਾ ਕੀ ਪਾਰਟ ਦੇਖੋ ਹੁੰਦਾ? ਸਿਰਫ ਨਾ ਪ੍ਰੀ ਸੈਟ ਇੱਕ ਤਰੀਕੇ ਦੀਆਂ ਚੀਜ਼ਾਂ ਪਾਈਆਂ ਹੋਈਆਂ, ਦੈਟ ਇਜ਼ ਜਸਟ ਫॉर ਕੰਪਿਊਟਰਾਈਜ਼ਡ ਥਿੰਗਸ ਨੇ, ਮਤਲਬ ਸਟੈਂਡਰਡ ਚੀਜ਼ਾਂ ਨੇ। ਮਤਲਬ ਸਟੈਂਡਰਡ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ, ਜਿੱਦਾਂ ਹੁਣ ਸ਼ਨੀ ਦਾ ਪ੍ਰਭਾਵ ਆ ਜੀ 8ਵੇਂ ਘਰ ਤੋਂ ਆ ਗਿਆ, ਸੋ ਉਹ ਬਸ ਉਹ ਸਟੈਂਡਰਡ ਜੀਆਂ ਚੀਜ਼ਾਂ ਪਾਈਆਂ ਹੋਈਆਂ। ਪਰ ਉਹਦੇ ਚ ਇੱਕ ਹੁਣ ਮੈਂ ਤੁਹਾਨੂੰ ਦੱਸਿਆ ਐਕਸਪੀਰੀਅੰਸ ਉੱਥੇ ਮੈਟਰ ਕਰਦਾ ਵਾ। ਐਕਸਪੀਰੀਅੰਸ ਦੈਟ ਇਜ਼ ਕੰਪਲੀਟਲੀ ਡਿਫਰੈਂਟ। ਜਦੋਂ ਇੱਕ ਐਸਟ੍ਰੋਲੋਜਰ ਨੇ ਹੋਰੋਸਕੋਪ ਦੇਖਣਾ ਤੇ ਕੰਪਿਊਟਰ ਨੇ ਦੇਖਣਾ, ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਆ ਉਹ ਚੀਜ਼ ਦੇ ਵਿੱਚ। ਕੰਪਿਊਟਰ ਨੂੰ ਤਾਂ ਇੱਕ ਵਾਰੀ ਆ ਚੀਜ਼ ਦੱਸੀ ਆ ਵੀ ਇਧਰੋਂ ਪੈਨ ਚੱਕੀ ਤੇ ਇੱਥੇ ਰੱਖ ਦੀ, ਉਹਨੂੰ ਇਹ ਨਹੀਂ ਪਤਾ ਵੀ ਬੈਕ ਮੂਵਮੈਂਟ ਵੀ ਹੋ ਸਕਦੀ ਹੈ ਇਹ ਚੀਜ਼ ਦੀ। ਉਹਨੇ ਤਾਂ ਬਸ ਉਹੀ ਦੇਖਣਾ ਵੀ ਇੱਥੋਂ ਦੀ ਇੱਥੇ ਮੈਨੂੰ ਆਹ ਚੀਜ਼ ਦੱਸੀ ਹੋਈ ਆ ਤੇ ਇਹੀ ਹੋਣੀ ਆ। ਪਰ ਇਦਾਂ ਨਹੀਂ ਚੀਜ਼ਾਂ ਹੁੰਦੀਆਂ। ਗ੍ਰਹਿਾਂ ਦਾ ਹਰੇਕ ਦੀ ਕੁੰਡਲੀਆਂ ਦਾ ਹਿਸਾਬ ਅੱਡਾ, ਹਰੇਕ ਦੇ ਗ੍ਰਹਿਾਂ ਦਾ ਪਲੈਨੇਟਰੀ ਪੋਜੀਸ਼ਨ ਅੱਡਾ, ਕਿਉਂਕਿ ਬਾਕੀ ਦੇ 9 ਗ੍ਰਹਿ ਵੀ ਪਲੇ ਕਰਦੇ ਨੇ। ਉਹਨੇ ਤਾਂ ਉਹਨਾਂ ਦਾ ਇੱਕ ਪ੍ਰੀਸੈਟ ਰੂਲ ਹੈਗਾ ਕਿ ਸੂਰਜ ਚੌਥੇ ਬੈਠ ਗਿਆ ਤਾਂ ਆਹ ਗੱਲ ਕਹਿ ਦੇਣੀ ਆ, ਪਿਤਾ ਨੂੰ ਲੈ ਕੇ ਪ੍ਰੋਬਲਮ ਬਣੂਗੀ, ਆਹ ਚੀਜ਼ ਬਣੂ, ਬਸ ਉਹ ਚੀਜ਼ਾਂ ਸਟੈਂਡਰਡ ਲਿਖ ਦਿੰਦੇ ਨੇ। ਜੋ 6th ਹਾਊਸ ਦਾ ਲਾਰਡ ਚੱਲ ਪਿਆ ਵਾ ਤਾਂ ਨੈਗੇਟਿਵ ਹੀ ਹੋਊਗਾ, ਜ਼ਰੂਰੀ ਨਹੀਂ ਹੈਗਾ ਕਿ ਨੈਗੇਟਿਵ ਹੋਊਗਾ। ਉਹਦੀ ਹੋ ਸਕਦਾ ਪਲੇਸਮੈਂਟ ਬੜੀ ਵਧੀਆ ਹਾਊਸ 'ਚ ਬੈਠੀ ਹੋਵੇ। ਸੋ ਇਹੀ ਫਰਕ ਹੁੰਦਾ ਵਾ ਕੰਪਿਊਟਰਾਈਜ਼ ਤੇ ਇੱਕ, ਮਤਲਬ ਤੁਸੀਂ ਬਿਲਕੁਲ ਲਾਈਵ ਪ੍ਰੈਕਟੀਕਲੀ ਕਿਸੇ ਐਸਟ੍ਰੋਲੋਜਰ ਨੂੰ ਦਿਖਾਉਂਦੇ ਹੋ, ਉਹ ਕੰਪਿਊਟਰਾਈਜ਼ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ। ਕੰਪਿਊਟਰਾਈਜ਼ ਆਈ ਡੋਂਟ ਬਲੀਵ ਇਨ ਇਟ। ਤੇ ਜਿਹੜਾ ਅਸੀਂ ਹੋਰੋਸਕੋਪ ਬਣਵਾਉਂਦੇ ਆ ਉਹ ਵੀ ਅੱਜ ਕੱਲ੍ਹ ਕੰਪਿਊਟਰਾਈਜ਼ਡ ਆਉਣ ਲੱਗ ਗਿਆ। ਕੀ ਇਹਦੇ ਵਿੱਚ ਡਿਫਰੈਂਸ ਹੈ ਕਿ ਜੇ ਕਿਸੇ ਐਸਟ੍ਰੋਲੋਜਰ ਕੋਲ ਮੈਨੂਅਲੀ ਬਣਾਇਆ ਜਾਵੇ? ਬਿਲਕੁਲ ਉਹਦਾ ਵੀ ਫਰਕ ਪੈਂਦਾ ਹੈ ਜੀ। ਜਦੋਂ ਕੋਈ ਐਸਟ੍ਰੋਲੋਜਰ ਦੇਖਦਾ ਉਹਨੂੰ ਅਯਾਂਸ਼ ਕਹਿੰਦੇ ਆ। ਦੇਖੋ ਹੁਣ ਸਾਨੂੰ ਨਹੀਂ ਪਤਾ, ਕੋਈ ਜਿਹੜਾ ਬੰਦਾ ਕੰਪਿਊਟਰ ਤੋਂ, ਪਹਿਲੀ ਤਾਂ ਗੱਲ ਜਿਹੜਾ ਕੋਈ ਵੀ ਬਣਾ ਰਿਹਾ ਵਾ ਉਹਨੂੰ ਤਾਂ ਪਹਿਲਾਂ ਤਾਂ ਨੌਲੇਜ ਨਹੀਂ ਹੋਣੀ ਐਸਟ੍ਰੋਲੋਜੀ ਦੀ। ਬਿਲਕੁਲ ਸਹੀ ਗੱਲ। ਸੈਕੰਡ ਥਿੰਗ ਆ, ਉਹ ਅਯਾਂਸ਼ ਵੀ ਨਹੀਂ ਸਾਨੂੰ ਪਤਾ ਹੁਣ ਕਿਹੜਾ ਅਯਾਂਸ਼ ਨੂੰ ਕਿਹੜਾ ਪ੍ਰੀਸੈਟ ਦੇ ਵਿੱਚ ਪਾ ਰਿਹਾ ਹੈਗਾ ਵਾ। ਬਾਕੀ ਟਾਈਮਿੰਗ ਦਾ ਫਰਕ ਪੈ ਜਾਂਦਾ ਹੈਗਾ, ਕਿਉਂਕਿ ਉਰੇ ਹੁਣ ਜਦੋਂ ਆਪਾਂ ਕੈਨੇਡਾ 'ਚ ਦੇਖਦੇ ਆ ਮਾਰਚ ਤੇ ਨਵੰਬਰ ਦੇ ਵਿੱਚ ਟਾਈਮਿੰਗ ਵੀ ਚੇਂਜ ਹੋ ਜਾਂਦੀ ਆ। ਘੰਟਾ ਇੱਕ ਟਾਈਮ ਪਿੱਛੇ ਹੋ ਜਾਂਦਾ, ਘੰਟਾ ਮੂਹਰੇ ਚਲਾ ਜਾਂਦਾ। ਸੋ ਬੜੀ ਇਹ ਕੈਲਕੂਲੇਟਿਵ ਮਤਲਬ ਮੈਥਡ ਹੁੰਦਾ ਕਿ ਕਿਸ ਤਰੀਕੇ ਨਾਲ ਹੋਰੋਸਕੋਪ ਦੀ ਕਿਹੜੀਆਂ ਉਹ ਕੈਲਕੂਲੇਸ਼ਨ ਦੇ ਨਾਲ ਹੋਰੋਸਕੋਪ ਨੂੰ ਕਾਸਟ ਕਰਦੇ ਪਏ ਹੋ। ਫਿਰ ਅਸੀਂ ਉਹਦੇ ਵਿੱਚ ਮਿਲਾਉਣੇ ਆ ਕਿ ਨਕਸ਼ਤਰ ਦਾ ਵੀ ਪ੍ਰਭਾਵ ਪੈਂਦਾ ਵਾ ਕਿ ਚੰਦਰਮਾ ਕਿਹੜੇ ਨਕਸ਼ਤਰ 'ਚ ਬੈਠਾ ਹੈਗਾ, ਕਿਹੜੇ 'ਚ ਦੂਸਰੇ ਹੋਰੋਸਕੋਪ ਦੇ ਵਿੱਚ ਆ ਰਿਹਾ। ਸੋ ਮੇਰੇ ਲਿਹਾਜ਼ ਨਾਲ ਵੈਸੇ ਜੇ ਇੱਕ ਹੋਰੋਸਕੋਪ ਬਣਾਉਣਾ ਹੋਵੇ ਕਿਸੇ ਪ੍ਰੋਫੈਸ਼ਨਲ ਐਸਟ੍ਰੋਲੋਜਰ ਤੋਂ ਬਣਾਉਣਾ ਚਾਹੀਦਾ, ਕਿਉਂਕਿ ਉਹਨੇ ਹੀ ਸਾਰੀ ਉਮਰ ਡਿਸਾਈਡ। ਜੇ ਇੱਕ ਗਲਤ ਹੋਰੋਸਕੋਪ ਬਣਾ ਲਿਆ, ਉਹਨੇ ਗਲਤ ਨਹੀਂ ਚੱਲੀ ਜਾਣਾ ਸਾਡਾ ਸਾਰੀ ਉਮਰ, ਤੁਸੀਂ ਗਲਤ ਹੀ ਰੈਮੇਡੀਜ਼ ਕਰੀ ਜਾਣੀਆਂ ਨੇ। ਸੋ ਚੰਗੀ ਗੱਲ ਹੈ ਇੱਕ ਪ੍ਰੋਫੈਸ਼ਨਲ ਐਸਟ੍ਰੋਲੋਜਰ ਤੋਂ ਬਣਾਓ, ਕਿਉਂਕਿ ਉਹਦੀ ਜੌਬ ਆ, ਉਹਨੇ ਹਜ਼ਾਰਾਂ ਚੀਜ਼ਾਂ ਕੀਤੀਆਂ ਹੋਈਆਂ, ਉਹਨੂੰ ਪਤਾ ਆ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਗਲਤ ਆ। ਜਿੱਦਾਂ ਇੱਕ ਫਾਰਮ ਭਰਨ ਜਾਂਦੇ ਆ ਨਾ, ਹੋ ਸਕਦਾ ਅਸੀਂ ਗਲਤ ਭਰਦੀ, ਹੋ ਸਕਦਾ ਸਹੀ ਭਰਦੀ, ਪਰ ਜੇ ਗਲਤ ਭਰਤਾ ਸਾਰੀ ਉਮਰ ਉਹਦਾ ਖਮਿਆਜਾ ਭੁਗਤਣਾ ਪੈਣਾ ਸਾਨੂੰ। ਪਰ ਚੰਗੀ ਗੱਲ ਆ, ਜੇ ਕਰਨਾ ਹੀ ਹੈ ਇੱਕ ਪ੍ਰੋਫੈਸ਼ਨਲ ਐਸਟ੍ਰੋਲੋਜਰ ਤੋਂ ਬਣਵਾ ਲਓ। ਐਸਟ੍ਰੋਲੋਜੀ ਬੰਦੇ ਨਾਲ ਰਿਲੇਟ ਕਰਦੀ ਹੈ ਤੇ ਉਹਦਾ ਫਿਊਚਰ ਰਿਲੇਟ ਕਰਦੀ ਹੈ। ਜਿੱਦਾਂ ਹੁਣ ਆਪਾਂ ਅੱਗੇ ਉਹਨਾਂ ਦੇ ਬੱਚੇ, ਉਹਨਾਂ ਦੇ ਮਤਲਬ ਵਾਈਫ ਸਪਾਊਸ ਹੋ ਗਏ, ਉਹਨਾਂ ਨਾਲ ਵੀ ਇਹ ਰਿਲੇਟ ਕਰਦੀ ਹੈ। ਬਿਲਕੁਲ। ਦੇਖੋ ਜਦੋਂ ਵੀ ਆਪਾਂ ਦੇਖਦੇ ਆ ਕਿਸੇ ਦਾ ਵੀ ਹੋਰੋਸਕੋਪ ਹੈਗਾ, 7th ਹਾਊਸ ਕਹਿੰਦੇ ਆ। 7th ਹਾਊਸ ਇਜ਼ ਕੰਸੀਡਰਡ ਟੂ ਬੀ ਆ ਸਪਾਊਸ ਦਾ ਹਾਊਸ ਕਹਿੰਦੇ ਆ, ਪਾਰਟਨਰ ਦਾ ਹਾਊਸ ਕਹਿੰਦੇ ਆ ਅਸੀਂ। 5th ਹਾਊਸ ਤੋਂ ਉਹਦੇ ਚਿਲਡਰਨ ਦਾ ਦੇਖਿਆ ਜਾਂਦਾ ਵਾ। ਪਰ ਇਹਦੇ ਵਿੱਚ ਜਦੋਂ ਲੈਟਸ ਸੇ ਕਿਸੇ ਨੇ ਹੋਰੋਸਕੋਪ ਲਿਆ ਕੇ ਦਿਖਾਇਆ, ਇਹਦੇ 'ਚ ਫਿਰ ਬੜੀ ਲਿਮਿਟਡ ਹੋ ਸਕਦੀ ਆ ਕਿ ਵੀ ਆਪਾਂ ਲਿਮਿਟਡ। ਕਈ ਜਣੇ ਕਹਿੰਦੇ ਆ ਵੀ ਕਿਸੇ ਦਾ ਹੋਰੋਸਕੋਪ ਦੇਖ ਕੇ ਉਹਦੇ ਬੱਚੇ ਨਾਲ ਦੱਸਣਾ, ਔਰ ਉਹਦਾ ਇੱਕ ਤਰੀਕਾ ਹੁੰਦਾ ਵਾ, ਉਹਨੂੰ ਅਸਲ ਦੇ ਵਿੱਚ ਉਸ ਹਾਊਸ ਨੂੰ 1st ਹਾਊਸ ਦੇ ਵਿੱਚ ਲਿਆਉਂਦੇ ਨੇ ਤੇ ਉਤੋਂ ਪ੍ਰੈਡਿਕਸ਼ਨ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਉਹ ਦੈਟ ਇਜ਼ ਨਾਟ ਦਾ ਐਕੂਰੇਟ ਮੈਥਡ। ਚੰਗੀ ਗੱਲ ਆ ਜਿਹੜੇ ਬੱਚੇ ਦੇ ਬਾਰੇ ਪੁੱਛਿਆ ਜਾ ਰਿਹਾ ਉਹਦਾ ਹੀ ਹੋਰੋਸਕੋਪ ਬਣਾ ਕੇ ਉਹਦੇ ਤੋਂ ਪ੍ਰੈਡਿਕਸ਼ਨ ਕੀਤੀ ਜਾਵੇ। ਪਰ ਯੈਸ, ਅਗਰ ਜੇ ਕਿਸੇ ਦਾ ਹੋਰੋਸਕੋਪ ਹੈਗਾ, ਉਹਦੇ ਸਪਾਊਸ ਦੇ ਬਾਰੇ ਕੁਝ ਜਨਰਲ ਇਨਫੋਰਮੇਸ਼ਨ ਦੇਖੀ ਜਾ ਸਕਦੀ ਆ। ਜਿੱਦਾਂ ਲੈਟਸ ਸੇ 7th ਹਾਊਸ ਕਿਸੇ ਦਾ ਦੇਖ ਕੇ 7th ਹਾਊਸ ਦੇ ਪਲੈਨਟ ਦੀ ਪੋਜੀਸ਼ਨ ਦੇਖ ਕੇ ਦੇਖੀ ਜਾ ਸਕਦੀ ਆ ਕਿ ਇਸ ਦਾ ਪਾਰਟਨਰ ਕਿੱਦਾਂ ਦਾ ਹੋਊਗਾ, ਉਹਦਾ ਬਿਹੇਵੀਅਰ ਕਿੱਦਾਂ ਦਾ ਹੋਊਗਾ, ਉਹਦੀ ਸਿਹਤ ਠੀਕ ਰਹੇਗੀ। ਸੋ ਇੰਨੀਆਂ ਜਨਰਲ ਚੀਜ਼ਾਂ ਦੇਖੀਆਂ ਜਾ ਸਕਦੀਆਂ। ਬਾਕੀ ਕਿਹੜੇ ਗ੍ਰਹਿ ਦੀ ਦਸ਼ਾ ਚੱਲਦੀ ਹੈ ਜਾਂ ਉਹ ਕਿੱਦਾਂ ਦਾ ਅੱਗੇ ਜਾ ਕੇ ਉਹਦਾ ਪ੍ਰਭਾਵ ਰਹੇਗਾ, ਇਹ ਬੈਟਰ ਹੈ ਕਿ ਉਹਦਾ ਹੋਰੋਸਕੋਪ ਬਣਾਇਆ ਜਾਵੇ, ਉਹਦੇ ਸਪਾਊਸ ਦਾ ਦੇਖਿਆ ਜਾ ਸਕਦਾ। ਪਰ ਬੈਟਰ ਇਸ ਆਪਾਂ ਉਹਨਾਂ ਦਾ ਬਣਾਈਏ ਹੋਰੋਸਕੋਪ। ਹੋਰੋਸਕੋਪ ਵਾਸਤੇ ਤੁਹਾਨੂੰ ਡਿਟੇਲ ਦੇ ਵਿੱਚ ਕੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ? ਦੇਖੋ ਉਹਨਾਂ ਦਾ ਚਾਹੀਦਾ ਹੈਗਾ ਵਾ ਡੇਟ ਆਫ ਬਰਥ, ਟਾਈਮ ਆਫ ਬਰਥ ਤੇ ਪਲੇਸ ਆਫ ਬਰਥ। ਇਹ 3 ਚੀਜ਼ਾਂ ਦੀ ਲੋੜ ਹੁੰਦੀ ਹੈਗੀ ਆ। ਸੋ ਇਹ 3 ਚੀਜ਼ਾਂ ਜੇ ਸਾਨੂੰ ਮਿਲ ਜਾਣ ਤਾਂ ਉਹਦੇ ਨਾਲ ਇਹਨਾਂ ਦਾ ਪੂਰਾ ਹੋਰੋਸਕੋਪ ਬਣ ਸਕਦਾ ਹੈ ਜੀ। ਜਿੱਦਾਂ ਹੁਣ ਇੰਡੀਆ ਤੇ ਕੈਨੇਡਾ ਦੇ ਟਾਈਮ ਦੇ ਵਿੱਚ ਡਿਫਰੈਂਸ ਹੈ ਤੇ ਉਹ ਮੈਟਰ ਕਰਦੀ ਹੈ
ਹੋਰੋਸਕੋਪ ਦੇ ਵਿੱਚ? ਦੇਖੋ ਇਹਦੇ ਚ ਕੀ ਆ, ਫਿਰ ਇਹਦਾ ਕਈ ਵਾਰੀ ਕਰਦੇ ਨੇ ਕਿ ਸਮ ਟਾਈਮ ਇਹ ਵੀ ਬੜੀ ਸਾਡੇ ਨਾਲ ਪ੍ਰੋਬਲਮ ਆਉਂਦੀ ਹੈ। ਕਈ ਜਣੇ ਇੰਡੀਆ ਦੇ ਵਿੱਚ ਉਰੋਂ ਜਾਂਦੇ ਨੇ, ਇੰਡੀਆ ਚ ਹੋਰੋਸਕੋਪ ਬਣਾਉਂਦੇ ਨੇ, ਉਹ ਗਲਤ ਹੋਰੋਸਕੋਪ ਰਾਤਰੀ ਔਰ ਦਿਨ ਦਾ ਫਰਕ ਪਾ ਕੇ ਉਹ ਹੋਰੋਸਕੋਪ ਹੀ ਗਲਤ ਬਣਾ ਕੇ ਭੇਜ ਦਿੰਦੇ ਨੇ। ਸੋ ਸੇਮ ਥਿੰਗ ਹੈ, ਸੇਮ ਜੇ ਤੁਹਾਡਾ ਲੈਟਸ ਸੇ ਤੁਹਾਡਾ ਕੈਨੇਡਾ ਚ ਬਰਥ ਹੋਇਆ, ਕਿਸੇ ਤੋਂ ਵੀ ਉਰੇ ਕੈਨੇਡਾ ਚ ਕੋਈ ਪ੍ਰੋਫੈਸ਼ਨਲ ਐਸਟ੍ਰੋਲੋਜਰ ਆ, ਉਹਦੇ ਤੋਂ ਬਣਵਾ ਲਓ। ਸੋ ਆਪਾਂ ਜਿੱਥੇ ਜਨਮ ਹੋਇਆ ਆਪਾਂ ਉੱਥੇ ਦਾ ਹੋਰੋਸਕੋਪ ਬਣਾਉਣਾ ਵਾ। ਸਾਨੂੰ ਨਹੀਂ ਫਰਕ ਹੈਗਾ ਅਸੀਂ ਕਿੱਥੋਂ ਬਣਾ ਰਹੇ ਹਾਂ ਅਸੀਂ ਹੋਰੋਸਕੋਪ, ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ। ਸਾਡਾ ਸਿਰਫ ਫਰਕ ਆ ਵੀ ਅਸੀਂ ਜਿੱਥੇ ਬੈਠੇ ਆ ਅਸੀਂ ਉਸ ਜਗ੍ਹਾ ਦਾ ਹੋਰੋਸਕੋਪ ਬਣਾਉਣਾ ਵਾ, ਸਾਨੂੰ ਉੱਥੇ ਦਾ ਹੋਰੋਸਕੋਪ ਦੀ ਲੋੜ ਆ। ਮੇਨ ਇਹ ਚੀਜ਼ ਹੁੰਦੀ ਹੈ। ਫਰਜ਼ ਕਰੋ ਜਿੱਦਾਂ ਮੇਰੀ ਬੇਟੀ ਕੈਨੇਡਾ ਦੀ ਬੌਰਨ ਹੈ ਤੇ ਮੈਂ ਉਹਦਾ ਇੰਡੀਆ ਜਾ ਕੇ ਹੋਰੋਸਕੋਪ ਦਿਖਾਵਾਂ ਤੇ ਉਧਰ ਦੇ ਡਿਫਰੈਂਟ ਪ੍ਰੈਡਿਕਸ਼ਨਸ ਦੇਣਗੇ? ਨਹੀਂ, ਕੋਈ ਪ੍ਰੈਡਿਕਸ਼ਨ ਡਿਫਰੈਂਟ ਨਹੀਂ ਹੋਊਗੀ। ਉਹਦੇ ਸਿਰਫ ਇਹ ਆ ਵੀ ਸਾਨੂੰ ਜਿਹੜਾ ਹੋਰੋਸਕੋਪ ਚਾਹੀਦਾ ਉਹ ਸਹੀ ਚਾਹੀਦਾ ਵਾ। ਸਾਨੂੰ ਜਿਹੜਾ ਹੋਰੋਸਕੋਪ ਬਣੂਗਾ ਉਹ ਕੈਨੇਡਾ ਦਾ ਬਣਨਾ ਚਾਹੀਦਾ ਵਾ। ਮਤਲਬ ਕਈ ਜਣੇ ਸਮ ਟਾਈਮ ਕੁਛ ਇਹੋ ਜਿਹੇ ਐਸਟ੍ਰੋਲੋਜਰ ਨੇ, ਮੈਂ ਮੇਰੇ ਕਿਉਂਕਿ ਐਕਸਪੀਰੀਅੰਸ ਚੀਜ਼ਾਂ ਆਈਆਂ ਨੇ, ਉਹ ਕੀ ਕਰਦੇ ਆ ਉਹਨੂੰ ਪਹਿਲਾਂ ਕਨਵਰਟ ਕਰ ਲੈਂਦੇ ਨੇ ਇੰਡੀਅਨ ਟਾਈਮ ਦੇ ਵਿੱਚ, ਕੈਨੇਡਾ ਦੇ ਟਾਈਮ ਨੂੰ ਇੰਡੀਆ ਦੇ ਟਾਈਮ ਚ ਕਨਵਰਟ ਕਰਕੇ ਹੋਰੋਸਕੋਪ ਬਣਾਉਣ ਦੀ ਟਰਾਈ ਕਰਦੇ ਨੇ। ਪਰ ਉਹਦੇ ਨਾਲ ਇੰਨਾ ਜ਼ਿਆਦਾ ਮਤਲਬ ਗਲਤ ਫਰਕ ਪੈ ਜਾਂਦਾ, ਪਲੈਨਟ ਦਾ ਰਿਜ਼ਲਟ ਹੀ ਕੁਛ ਨਾ ਕੁਛ ਹੋਰ ਹੋ ਜਾਂਦਾ ਵਾ, ਮਤਲਬ ਹੋਰੋਸਕੋਪ ਹੀ ਕੁਛ ਹੋਰ ਬਣ ਜਾਂਦੇ ਨੇ। ਸੋ ਉਹ ਚੀਜ਼ ਨਹੀਂ ਕਰਨੀ ਚਾਹੀਦੀ, ਉਹਦੇ ਨਾਲ ਇਫੈਕਟ ਗਲਤ ਮਿਲਦਾ ਵਾ। ਉਹ ਚੀਜ਼ ਨਹੀਂ, ਸਾਨੂੰ ਹੋਰੋਸਕੋਪ ਕੈਨੇਡੀਅਨ ਚਾਹੀਦਾ ਜਿੱਥੇ ਬੰਦੇ ਦਾ ਜਨਮ ਹੋਇਆ ਵਾ, ਜਿੱਥੇ ਜਨਮ ਹੋਇਆ, ਟਾਈਮ ਹੋਇਆ, ਪਲੇਸ ਹੋਇਆ, ਉੱਥੇ ਦਾ ਸਾਨੂੰ ਹੋਰੋਸਕੋਪ ਚਾਹੀਦਾ ਆ। ਠੀਕ ਹੈ ਸਤਿੰਦਰ ਜੀ, ਤੁਸੀਂ ਅੱਜ ਸਾਨੂੰ ਇੰਨੀ ਜਾਣਕਾਰੀ ਦਿੱਤੀ ਹੋਰੋਸਕੋਪ ਬਾਰੇ, ਐਸਟ੍ਰੋਲੋਜੀ ਬਾਰੇ, ਉਹਨੂੰ ਕਿੱਦਾਂ ਬਿਲੀਵ ਕਰਨਾ ਚਾਹੀਦਾ, ਨਹੀਂ ਬਿਲੀਵ, ਕਿਸ ਤੇ ਬਿਲੀਵ ਕਰਨਾ ਚਾਹੀਦਾ, ਕਿਸ ਤੇ ਨਹੀਂ ਬਿਲੀਵ ਕਰਨਾ ਚਾਹੀਦਾ, ਕਿਹਦੇ ਕੋਲ ਜਾਣਾ ਨਹੀਂ ਜਾਣਾ, ਇਹਦੇ ਵਾਸਤੇ ਬਹੁਤ ਤੁਹਾਡਾ ਧੰਨਵਾਦ ਹੈ। ਸੋ ਅੱਜ ਦੇ ਐਪੀਸੋਡ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ ਤੇ ਬਹੁਤ ਧੰਨਵਾਦ ਕਰਦੇ ਹਾਂ ਪਲੱਸ ਟੀਵੀ ਦੇ ਸਾਰੇ ਹੀ ਸਰੋਤਿਆਂ ਦਾ। ਜੇ ਤੁਸੀਂ ਸਤਿੰਦਰ ਜੀ ਨਾਲ ਰਾਬਤਾ ਕਰਨਾ ਹੋਵੇ ਕਿਸੇ ਵੀ ਇਨਫੋਰਮੇਸ਼ਨ ਵਾਸਤੇ ਤੇ ਇਹਨਾਂ ਦਾ ਫ਼ੋਨ ਨੰਬਰ ਥੱਲੇ ਡਿਸਪਲੇ ਤੇ ਚੱਲ ਰਿਹਾ ਹੈ, ਤੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੁਸੀਂ ਇਹਨਾਂ ਨੂੰ ਕਾਲ ਜਾਂ WhatsApp ਕਿਤੋਂ ਵੀ ਕਰ ਸਕਦੇ ਹੋ। ਧੰਨਵਾਦ।